अब चलो नगर गोबिंद गुरु का, नाम जपत सुख पाया राम। मन इच्छे से ही फल पाए, करता आप वसाया राम। मकबूलो मकबूल गुर गोबिंद सिंह, वासुलो मौसूल गुर गोबिंद सिंह। जाफरोज़े दहर गुर गोबिंद सिंह, फैज़े हकरा बहर गुर गोबिंद सिंह। चवर छतर तखत दे मालक ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਕਿਸਤਾਨ ਸਿੱਖ ਜਗਤ ਦੇ ਮਹਾਨ ਤਖਤ ਅਬਚਲ ਨਗਰ ਸ਼੍ਰੀ ਹਜੂਰ ਸਾਹਿਬ ਵਿਖੇ ਆਪ ਸਰਬੱਤ ਸੰਗਤਾਂ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਿਆਂ ਕਰਨ ਦੇ ਲਈ ਹਾਜ਼ਰੀਨ ਹੋ। ਇਹ 4 ਰੋਜ਼ਾ ਗੁਰਮਤਿ ਸਮਾਗਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਦਿਵਸ ਦੇ ਸੰਬੰਧ ਵਿੱਚ ਅਤੇ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਜੋਤੀ ਜੋਤ ਪੁਰਬ ਨੂੰ ਸਮਰਪਿਤ ਉਲੀਕੇ ਗਏ ਹਨ। ਆਪ ਇਹਨਾਂ ਮਹਾਨ ਸਮਾਗਮਾਂ ਦੇ ਵਿੱਚ ਸ਼ਿਰਕਤ ਕਰ ਰਹੇ ਹੋ। ਆਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਅਗੰਮੀ ਵਡਿਆਈ ਨੂੰ ਗਾ ਕਰਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ। ਵਿਦਵਾਨ ਪੁਰਸ਼ਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ 10 ਪਾਤਸ਼ਾਹੀਆਂ ਦੇ ਆਗਾਜ਼ ਦਾ ਜਿਹੜਾ ਕਾਰਨ ਦੱਸਿਆ ਹੈ, ਔਰ ਗੁਰੂ ਪਾਤਸ਼ਾਹ ਨੇ ਆਪ ਜਿਹੜਾ ਆਪਣੇ ਆਉਣ ਦਾ ਕਾਰਨ ਦੱਸਿਆ ਉਹ ਹੈ ਧਰਮ ਦੀ ਪ੍ਰੋੜਤਾ, ਸੱਚ ਦਾ ਪ੍ਰਚਾਰ, ਝੂਠ ਦਾ ਫਰੇਬ ਦਾ ਪਾਪ ਦਾ ਖੁਰਾ ਖੋਜ ਮਿਟਾਉਣਾ। ਦੁਨੀਆ ਅਗਿਆਨ ਵਿੱਚ ਪਾਪਾਂ ਦੇ ਵਿੱਚ ਜਲ ਰਹੀ ਸੀ। ਲੋਕਾਈ ਤੇ ਤਰਸ ਖਾ ਕੇ ਪ੍ਰਮਾਤਮਾ ਦੁਨੀਆ ਤੇ ਪ੍ਰਗਟ ਹੁੰਦੇ ਨੇ। ਬਾਣੀ ਦਾ ਫਰਮਾਨ ਹੈ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਪ੍ਰਮਾਤਮਾ ਪ੍ਰਗਟ ਹੋਏ। ਔਰ ਉਹਦੇ ਬਾਅਦ ਭਾਈ ਗੁਰਦਾਸ ਜੀ ਕਹਿੰਦੇ ਨੇ, ਦਇਆਵਾਨ ਗੁਰੂ ਨਾਨਕ ਸਾਹਿਬ ਨੂੰ ਦੁਨੀਆ ਦੇ ਉੱਤੇ ਤਰਸ ਆਇਆ। ਲੋਕਾਂ ਨੂੰ ਸਿੱਧੇ ਰਸਤੇ ਪਾਉਣ ਦੇ ਲਈ ਠਰਦੇ ਹੋਏ ਇਸ ਦੁਨੀਆ ਦੇ ਉੱਤੇ ਉਹਨਾਂ ਦੇ ਗਲੂਏ ਚੋਂ ਬੋਲ ਪ੍ਰਗਟ ਹੋਏ, ਜਿਨ੍ਹਾਂ ਨੇ ਸ਼ਾਂਤੀ ਬਖਸ਼ੀ। ਬੜਾ ਸੁੰਦਰ ਫਰਮਾਨ ਭਾਈ ਗੁਰਦਾਸ ਜੀ ਕਰਦੇ ਨੇ, ਬਾਬਾ ਦੇਖੈ ਧਿਆਨ
ਧਰ ਜਲਤੀ ਸਭ ਪ੍ਰਿਥਵੀ ਦਿਸ ਆਈ। ਦੁਨੀਆ ਜਲ ਰਹੀ ਸੀ, ਰੋਗਾਂ ਵਿੱਚ ਸੋਗਾਂ ਵਿੱਚ, ਕਿਸੇ ਨੂੰ ਤਨ ਦਾ ਰੋਗ ਸੀ, ਕਿਸੇ ਨੂੰ ਮਨ ਦਾ ਸੋਗ ਸੀ। ਕਹਿੰਦੇ ਚੜ੍ਹਿਆ ਸੋਧਣ ਧਰਤ ਲੁਕਾਈ। ਗੁਰੂ ਨਾਨਕ ਸਾਹਿਬ ਘਰ-ਬਾਰ ਛੱਡ ਕੇ ਦੁਨੀਆ ਦੇ ਸੁਧਾਰ ਹਿੱਤ ਨਿਕਲੇ ਨੇ। ਹੁਣ ਜਾਮਾ ਸਰੀਰ ਪੁਰਾਣਾ ਹੋ ਜਾਂਦਾ ਹੈ, ਇਹਦਾ ਇੱਕ ਸਮਾਂ ਮੁਕਰਰ ਹੈ। ਸੱਚ ਦੇ ਪ੍ਰਚਾਰ ਲਈ 10 ਜਾਮੇ ਬਦਲੇ। ਤਾਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਜੋਤ ਓਹਾ ਜੁਗਤ ਸਾਈ ਸਹਿ ਕਾਇਆ, ਫੇਰ ਪਲਟੀਐ 10ਵਾਂ ਜਾਮਾ ਧਾਰਿਆ। ਜੋਤ ਉਹੀ ਸੀ। ਹੁਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੁਨੀਆ ਦੇ ਉੱਤੇ, ਸਰੂਹੇ ਜ਼ਮੀਨ ਦੇ ਉੱਤੇ, ਪਟਨੇ ਦੀ ਪਾਕ ਧਰਤੀ 'ਤੇ ਪ੍ਰਗਟ ਹੁੰਦੇ ਨੇ। ਪੋਹ ਸੁਦੀ 7ਵੀਂ 1723 ਵਿਕਰਮੀ ਸੰਮਤ। ਮਹਾਰਾਜ ਦਾ ਆਗਾਜ਼ ਹੁੰਦਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਨੇ ਫਾਰਸੀ ਦੇ ਵਿੱਚ, ਪਰਸ਼ੀਅਨ ਵਿੱਚ ਪਾਤਸ਼ਾਹ ਲਈ ਕੁਝ ਬਚਨ ਕਹੇ ਨੇ। ਕਹਿੰਦੇ ਮੁਰਸ਼ਦੇ ਪਾਕੇ ਨੂਰੇ ਹਕ ਆਮਦ, ਮੁਰਸ਼ਦੇ ਪਾਕੇ ਨੂਰੇ ਹਕ ਆਮਦ, ਜਾਂ ਸਬਬ ਦਰ ਦਿਲਮ ਸਬਕ ਆਮਦ। ਕਹਿੰਦੇ ਉਹ ਜਿਹੜਾ ਹੱਕ ਹੈ, ਭਾਵ ਪਰਮਾਤਮਾ ਹੈ, ਜੋ ਨੂਰਾਨੀ ਹੈ, ਬੜਾ ਪਵਿੱਤਰ ਹੈ, ਬੜਾ ਰੌਸ਼ਨ ਹੈ। ਐਸੀ ਚਮਕ ਹੈ ਜਿਹਦੇ ਵੱਲ ਨਜ਼ਰ ਚੁੱਕ ਕੇ ਵੇਖਿਆ ਨਹੀਂ ਜਾ ਸਕਦਾ। ਉਹੀ ਦੁਨੀਆ ਦੇ ਉੱਤੇ ਹੱਕ ਆਮਦ, ਗੁਰੂ ਗੋਬਿੰਦ ਸਿੰਘ ਦੇ ਰੂਪ ਵਿੱਚ ਆਮਦ ਦੁਨੀਆ 'ਤੇ ਪ੍ਰਗਟ ਹੋਇਆ ਹੈ। ਗੁਰੂ ਨਾਨਕ ਦੀ ਅਗੰਮੀ ਜੋਤ ਦਾ 10ਵਾਂ ਮਹੱਲ ਸਰੀਰ ਪ੍ਰਗਟ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਵੀ ਗੁਰੂ ਬਾਬਤ ਇਹ ਸਾਫ਼ ਬੋਲ ਕਹੇ ਨੇ, ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰ ਨਮਸਕਾਰਾ। ਗੁਰੂ ਹੀ ਪਰਮੇਸ਼ਵਰ ਹੈ, ਗੁਰੂ ਹੀ ਪਰਮੇਸ਼ਰ ਦਾ ਸਰੂਪ ਹੈ। ਇੱਥੇ ਕਈ ਲੋਕ ਇਹ ਕੁਤਰਕ ਵੀ ਸਾਧਦੇ ਨੇ ਵੀ ਗੁਰੂ ਆਮ ਇਨਸਾਨ ਹੈ। ਦੇਖੋ, ਜਿਹਦੀ ਆਪਣੀ ਹਸਤੀ ਆਮ ਹੈ ਨਾ, ਉਸ ਨੂੰ ਸਾਰੇ ਆਮ ਹੀ ਜਾਪਦੇ ਨੇ। ਇਹ ਭਾਈ ਨੰਦ ਲਾਲ ਵਰਗੇ ਮਹਾਂਪੁਰਸ਼ ਜਿਹੜੇ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦੀ ਅਗੰਮੀ ਬਰਕਤ ਨੂੰ ਅੱਖੀਂ ਵੇਖਦੇ ਰਹੇ ਨੇ ਨਾ, ਇਹ ਉਹਨਾਂ ਦੇ ਬੋਲ ਨੇ ਵੀ ਗੁਰੂ ਗੋਬਿੰਦ ਸਿੰਘ ਖੁਦਾਇਆ ਹੀ ਦੁਨੀਆ 'ਤੇ ਪ੍ਰਗਟ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਨੇ ਵੀ ਕਿਧਰੇ ਗੁਰੂ ਨੂੰ ਆਮ ਇਨਸਾਨ ਨਹੀਂ ਕਿਹਾ। ਕਹਿੰਦੇ ਨਮਸਕਾਰ ਕਹਿ ਐਸੀ ਬੁਲੰਦ ਹਸਤੀ ਨੂੰ, ਉਹ ਪਰਮਾਤਮਾ ਗੁਰੂ ਦੇ ਸਰੂਪ ਵਿੱਚ ਪ੍ਰਗਟ ਹੋਇਆ ਹੈ। ਅੱਗੇ ਭਾਈ ਨੰਦ ਲਾਲ ਨੇ ਇੱਕ ਬਚਨ ਕਿਹਾ, ਕਹਿੰਦੇ ਗੁਰੂ ਗੋਬਿੰਦ ਸਿੰਘ ਦੀ ਸ਼ਰਨ ਜਿਹੜਾ ਵੀ ਆਉਂਦਾ ਹੈ ਨਾ, ਉਸ ਨੂੰ ਕਿਸੇ ਵੀ ਦੁਸ਼ਮਣ ਦਾ ਭੈ ਨਹੀਂ ਰਹਿੰਦਾ। ਚਾਹੇ ਉਹ ਅਧਿਆਤਮਕ ਤੌਰ 'ਤੇ ਸਾਡੇ ਮਨ ਦੇ ਦੁਸ਼ਮਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਤੇ ਚਾਹੇ ਪ੍ਰਤੱਖ ਮੈਦਾਨੇ ਜੰਗ ਵਿੱਚ ਕੋਈ ਸਾਡਾ ਸਥੂਲ ਸਰੀਰ ਦਾ ਦੁਸ਼ਮਣ ਹੈ। ਕਹਿੰਦੇ ਗੁਰੂ ਗੋਬਿੰਦ ਸਿੰਘ ਦੀ ਸ਼ਰਨ ਐਸੀ ਹੈ, ਉਹ ਪਾਤਸ਼ਾਹ ਨਿਰਭਉ ਨੇ, ਤੇ ਜਿਹੜਾ ਉਹਨਾਂ ਦੀ ਸੰਗਤ ਆਉਂਦਾ ਹੈ ਉਹ ਨਿਰਭਉ ਪਦ ਪਾ ਲੈਂਦਾ ਹੈ। ਇਹ ਆਪਾਂ ਸਾਰੇ ਜਾਣਦੇ ਹਾਂ। ਔਰੰਗਜ਼ੇਬ ਭਾਈ ਨੰਦ ਲਾਲ ਨੂੰ ਆਗਰੇ ਦੀ ਧਰਤੀ 'ਤੇ ਮੁਸਲਮਾਨ ਬਣਾਉਣ ਲੱਗਾ ਸੀ, ਦੌੜ ਕੇ ਆਏ ਸਨ ਆਨੰਦਾਂ ਦੀ ਪੁਰੀ ਗੁਰੂ ਗੋਬਿੰਦ ਸਿੰਘ ਦੀ ਸ਼ਰਨ ਦੇ ਵਿੱਚ। ਭਾਵ ਉਹਨਾਂ ਦਾ ਇਹ ਹੈ ਵੀ ਮੇਰੇ ਮਨ 'ਚੋਂ ਡਰ ਉੱਠ ਗਿਆ ਹੈ। ਹੁਣ ਕਿਸੇ ਬਾਦਸ਼ਾਹ ਦਾ, ਕਿਸੇ ਦਾ ਵੀ ਮੈਨੂੰ ਕਹਿੰਦੇ ਡਰ ਨਹੀਂ ਰਿਹਾ। ਸੋ ਜਿਹੜਾ ਵੀ ਗੁਰੂ ਦੀ ਸ਼ਰਨ ਲਵੇਗਾ, ਸਿੱਖਿਆ ਲਵੇਗਾ, ਉਸ ਨੂੰ ਡਰ ਭੋ ਨਹੀਂ ਸਕਦਾ। ਗੁਰ ਪਰਮੇਸ਼ਰ ਸੇਵਿਆ ਭੈ
ਭੰਜਨ ਦੁਖ ਲੱਥ। ਜਿਹੜਾ ਗੁਰੂ ਪਰਮੇਸ਼ਰ ਦੀ ਸੇਵਾ ਕਰਦਾ ਹੈ, ਗੁਰੂ ਗ੍ਰੰਥ ਸਾਹਿਬ ਕਹਿੰਦੇ ਉਸ ਨੂੰ ਕਿਸੇ ਦਾ ਡਰ ਨਹੀਂ ਰਹਿੰਦਾ। ਖੈਰ ਮਹਾਰਾਜ ਦੁਨੀਆ ਤੇ ਪ੍ਰਗਟ ਹੋਏ, ਪਾਕ ਹਿਰਦਾ ਮਾਤਾ ਗੁਜਰੀ ਦਾ ਹੈ, ਜਿੱਥੇ ਪ੍ਰਕਾਸ਼ਵਾਨ ਹੁੰਦੇ ਨੇ। ਬਾਪੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੀ ਪਵਿੱਤਰ ਗੋਦ ਹੈ, ਜਿੱਥੇ ਉਹ ਖੇਡੇ ਨੇ। ਨੰਦੇੜ ਆਉਣ ਦਾ ਕਾਰਨ ਕੀ ਬਣਦਾ ਹੈ, ਮੈਂ ਸੰਖੇਪ ਵਿੱਚ ਉੱਥੇ ਪਹੁੰਚਣਾ ਹੈ। ਤੇ ਕਿਵੇਂ ਉਹ ਅਗੰਮੀ ਬਰਕਤਾਂ ਦਾ ਮਾਲਕ ਪੰਜ ਭੂਤਕ ਸਰੀਰ ਵਿੱਚ ਲੀਲਾਵਾਂ ਕਰਦਾ ਹੈ, ਕੈਸੀਆਂ ਉਹਦੀਆਂ ਅਚਰਜ ਖੇਡਾਂ ਨੇ, ਉਹਨਾਂ ਵੱਲ ਧਿਆਨ ਦੇਣ ਦਾ ਯਤਨ ਕਰਿਓ। ਆਪਣੇ ਆਉਣ ਦਾ ਕਾਰਨ ਆਪ ਦੱਸਦੇ ਨੇ ਬਚਿੱਤਰ ਨਾਟਕ ਦੇ ਵਿੱਚ, ਹਮ ਇਹ ਕਾਜ ਜਗਤ ਮੋ ਆਏ। ਕਹਿੰਦੇ ਇੱਕ ਡਿਊਟੀ ਲੱਗੀ ਹੈ ਮੇਰੇ ਨਿਰਗੁਣ ਸਰੂਪ ਵੱਲੋਂ, ਧਰਮ ਹੇਤ ਗੁਰਦੇਵ ਪਠਾਏ। ਧਰਮ ਨੂੰ ਸਥਾਪਿਤ ਕਰ, ਅਧਰਮੀਆਂ ਦਾ ਖੁਰਾ ਖੋਜ ਮਿਟਾ। ਯਹਾ ਤਹਾਂ ਤੁਮ ਧਰਮ ਬਿਥਾਰੋ, ਦੁਸ਼ਟ ਦੋਖੀਨ ਪਕਰ ਪਛਾਰੋ। ਯਹੀ ਕਾਜ ਧਰਾ ਹਮ ਜਨਮੰ। ਸਮਝ ਲਿਓ ਸਾਧੂ ਸਭ ਮਨਮੰਗ ਧਰਮ ਚਲਾਵਨ। ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ। ਦੁਸ਼ਟਾਂ ਦਾ ਖਾਤਮਾ ਕਰਨ ਦੇ ਲਈ, ਸਤਪੁਰਸ਼ਾਂ ਦੀ ਰੱਖਿਆ ਦੇ ਲਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਮੇਰਾ ਦੁਨੀਆ ਤੇ ਆਗਾਜ਼ ਹੋਇਆ ਹੈ। ਹੁਣ ਮਹਾਰਾਜ ਨੇ ਇੱਕ ਗੱਲ ਵੱਲ ਖਿਆਲ ਕੀਤਾ ਵੀ ਗੁਰੂ ਨਾਨਕ ਸਾਹਿਬ ਦੇ ਸਮੇਂ ਅਗਿਆਨ ਦਾ ਧੱਕਾ ਜ਼ਿਆਦਾ ਸੀ, ਰਾਜਸੀ ਧੱਕਾ ਉਹਨਾਂ ਨਹੀਂ ਸੀ। ਚਾਹੇ ਬਾਬਰ ਵਰਗੇ ਆ ਰਹੇ ਸਨ ਜ਼ੁਲਮ ਢਾਉਣ, ਕਹਿੰਦੇ ਅਗਿਆਨ ਦਾ ਬੋਲ ਬਾਲਾ ਸੀ, ਤੇ ਗੁਰੂ ਨਾਨਕ ਸਾਹਿਬ ਨੇ ਗਿਆਨ ਦੀ ਖੜਗ ਦੇ ਨਾਲ ਉਹਦਾ ਮੁਕਾਬਲਾ ਕੀਤਾ। ਗਿਆਨ ਨਾਲ ਅਗਿਆਨ ਕੱਟ ਕੇ ਸੁੱਟ ਦਿੱਤਾ। ਕਹਿੰਦੇ ਹੁਣ ਸਾਡੇ ਸਮੇਂ ਅਗਿਆਨ ਨਾਲੋਂ ਰਾਜਸੀ ਧੱਕਾ ਜ਼ਿਆਦਾ ਹੈ, ਜ਼ੁਲਮੋ ਸਤਮ ਜ਼ਿਆਦਾ ਢਾਏ ਜਾ ਰਹੇ ਨੇ। ਸਾਡੇ ਸਮੇਂ ਪਾਤਸ਼ਾਹ ਕਹਿੰਦੇ ਮੁਗਲ ਲੋਕ ਹਰ ਦੂਸਰੇ ਧਰਮ ਦਾ ਖੁਰਾ ਖੋਜ ਮਿਟਾਉਣ ਤੇ ਤੁਲੇ ਹੋਏ ਹਨ। ਹਿੰਦੂਆਂ ਨੂੰ ਹੋਰ ਗੈਰ ਮੁਸਲਮਾਨਾਂ ਨੂੰ ਮਾਰਿਆ ਜਾ ਰਿਹਾ ਹੈ, ਜ਼ੁਲਮ ਢਾਏ ਜਾ ਰਹੇ ਨੇ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਇੱਥੇ ਮਜ਼ਲੂਮ ਨੂੰ ਕੈਦ ਹੈ, ਮਜ਼ਲੂਮ ਨੂੰ ਦੁੱਖ ਨੇ, ਮਜ਼ਲੂਮ ਨੂੰ ਬੰਦਸ਼ਾਂ ਨੇ, ਮਜ਼ਲੂਮ ਤੇ ਜ਼ੁਲਮ ਹੋ ਰਿਹਾ ਹੈ। ਤੇ ਰਾਜਸੀ ਧੱਕੇ ਦੇ ਖਿਲਾਫ ਗਿਆਨ ਦੀ ਤਲਵਾਰ ਨਹੀਂ ਚੱਲਦੀ, ਲੋਹ ਖੜਗ ਚੱਲਦੀ ਹੈ। ਇਸ ਗੱਲ ਦਾ ਖਿਆਲ ਰੱਖਿਓ, ਗਿਆਨ ਦੀ ਖੜਗ ਨਹੀਂ ਚੱਲੇਗੀ। ਰਾਜਸੀ ਧੱਕੇ ਦੇ ਸਾਹਮਣੇ ਮਾਲਾ ਦਾ ਮਣਕਾ ਨਹੀਂ ਚੱਲਦਾ, ਇੱਟ ਦਾ ਜਵਾਬ ਪੱਥਰ ਨਾਲ ਦੇਣਾ ਪੈਂਦਾ, ਇਹ ਸਿਧਾਂਤ ਹੈ। ਹੁਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵੇਖਿਆ ਹੈ ਵੀ ਜਿੱਥੇ ਗਿਆਨ ਦੀ ਗੱਲ ਹੈ, ਠੀਕ ਹੈ, ਉੱਥੇ ਅਗਿਆਨ ਦਾ ਨਾਸ਼ ਹੋ ਸਕਦਾ ਹੈ। ਤੇ ਜਿੱਥੇ ਰਾਜਸੀ ਧੱਕੇ ਦੀ ਬੋਲ ਬਾਲੇ ਦੀ ਗੱਲ ਹੈ, ਉੱਥੇ ਕੇਵਲ ਤੇ ਕੇਵਲ ਲੋਹ ਖੜਗ ਦੇ ਨਾਲ ਹੀ ਮੁਕਾਬਲਾ ਕੀਤਾ ਜਾ ਸਕਦਾ। ਗੁਰੂ ਨਾਨਕ ਸਾਹਿਬ ਨੇ ਵੀ ਕਿਹਾ, ਕਹਿੰਦੇ ਕਈ ਮੂਰਖ ਗਿਆਨ ਦੀ ਗੱਲ ਨਹੀਂ ਸਮਝਦੇ। ਮੂਰਖ ਗੰਢ ਪਵੈ ਮੋਹ ਮਾਰ, ਉਹ ਮਾਰ ਖਾ ਕੇ ਹੀ ਸਮਝਦੇ ਨੇ। ਸੋ ਪਾਤਸ਼ਾਹ ਨੇ ਇੱਕੇ ਹੀ ਮੁਜਸਮੇ ਦੇ ਵਿੱਚ, ਸਰੀਰ ਦੇ ਵਿੱਚ ਭਗਤੀ ਤੇ ਸ਼ਕਤੀ ਨੂੰ ਇਕੱਤਰ ਕਰਨਾ ਹੈ, ਫਿਰ ਪ੍ਰਗਟ ਕਰਨਾ ਹੈ। ਭਾਰਤ ਵਰਸ਼ ਦੇ ਲੋਕ ਗਊਆਂ ਵਰਗੇ ਨੇ, ਇਸੇ ਕਰਕੇ ਗੁਲਾਮ ਨੇ, ਕਿਉਂਕਿ ਇੱਥੇ ਅਧਿਆਤਮਕ ਉਪਦੇਸ਼ ਦੇਣ ਵਾਲੇ ਬੜੇ ਮਹਾਂਪੁਰਸ਼ ਪੈਦਾ ਹੋਏ ਜੀ। ਭਗਤੀ ਕਰੋ, ਭਗਤੀ ਕਰੋ, ਭਗਤੀ ਕਰੋ। ਭਗਤੀ ਕਰਦੇ ਕਰਦੇ ਸ਼ਕਤੀ ਦਾ ਪੱਖ ਭੁੱਲ ਗਏ, ਤਲਵਾਰ ਚਲਾਉਣੀ ਛੱਡ ਦਿੱਤੀ। ਸਮਾਂ ਐਸਾ ਬਣ ਗਿਆ, ਨਿਮਰਤਾ ਵਿੱਚ ਗਊਆਂ ਬਣ ਗਏ ਤੇ ਗਊਆਂ ਨੂੰ ਸੰਗਲ ਪਿਆ ਹੀ ਹੁੰਦਾ ਹੈ। ਸਦੀਆਂ ਦੀ ਗੁਲਾਮੀ ਗਲ ਪੈ ਗਈ। ਸ਼ੇਰਾਂ ਨੂੰ ਸੰਗਲ ਨਹੀਂ ਪੈਂਦੇ, ਸ਼ੇਰਾਂ ਦੇ ਗਲ ਵਿੱਚ ਸੰਗਲ ਨਹੀਂ ਹੁੰਦਾ, ਗਊਆਂ ਦੇ ਗਲ ਹੁੰਦਾ ਹੈ। ਮਹਾਰਾਜ ਨੇ ਭਾਰਤ ਵਰਸ਼ ਨੂੰ ਸੁਰਜੀਤ ਕਰਨਾ ਹੈ, ਭਗਤੀ ਤੇ ਸ਼ਕਤੀ ਨੂੰ ਪ੍ਰਗਟ ਕਰਨਾ ਹੈ।
ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਭਾਰਤ ਵਰਸ਼ ਲਈ, ਜੰਜੂ ਦੀ ਰੱਖਿਆ ਲਈ, ਮਜ਼ਲੂਮ ਲਈ ਸੀਸ ਦੇ ਦਿੱਤਾ। ਤਿਲਕ ਜੰਜੂ ਰਾਖਾ ਪ੍ਰਭ ਤਾਂਕਾ। ਉਹਦੇ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ 9 ਕੁ ਵਰ੍ਹਿਆਂ ਦੀ ਉਮਰ ਦੇ ਵਿੱਚ ਗੁਰੂ ਨਾਨਕ ਦੇ ਤਖਤ ਤੇ ਗੱਦੀ ਨਸ਼ੀਨ ਹੁੰਦੇ ਨੇ। ਸਮਾਂ ਆਇਆ ਮਜ਼ਲੂਮਾਂ ਨੂੰ ਸੁਤੰਤਰ ਕਰਨ ਦੇ ਲਈ, ਆਜ਼ਾਦ ਕਰਨ ਦੇ ਲਈ ਖੜਗਧਾਰੀ ਪੰਥ ਵਿੱਚ ਕਨਵਰਟ ਕਰਨਾ ਹੈ, ਸਿੱਖ ਪੰਥ ਨੂੰ ਖਾਲਸਾ ਪੰਥ ਵਿੱਚ ਤਬਦੀਲ ਕਰਨਾ ਹੈ। ਮਹਾਰਾਜ ਪਾਤਸ਼ਾਹ ਨੇ ਗੱਦੀ ਤੇ ਬੈਠਦੇ ਤਿਆਰੀ ਆਰੰਭ ਕਰ ਦਿੱਤੀ। 1756 ਵਿਕਰਮੀ ਚੜ੍ਹਦਾ ਹੈ, ਇੱਕ ਵਿਸਾਖ ਹੈ। ਪਾਤਸ਼ਾਹ ਨੇ ਖੰਡੇ ਦੀ ਪੌਲ ਵਰਸਾਈ ਹੈ। 5 ਪਿਆਰੇ ਸਾਜੇ ਗਏ। ਮਹਾਰਾਜ ਨੇ ਸਿਰ ਜੁਦਾ ਕਰਕੇ ਧੜ ਨਾਲੋਂ ਫਿਰ ਜੋੜੇ ਨੇ। ਅਮਰਾਪਦ ਫਿਰ ਬਖਸ਼ਿਆ ਹੈ ਉਹਨਾਂ ਨੂੰ। ਬਾਣੀ ਦਾ ਸਿੱਧਾ ਜਿਹਾ ਹੀ ਫੁਰਮਾਨ ਹੈ। ਮਹਾਰਾਜ ਕਹਿੰਦੇ ਨੇ, ਪੂਰੇ ਗੁਰ ਕੀ ਦੇਖ ਵਡਾਈ ਤਾਂ ਕੀ ਕੀਮਤ ਕਹੀ ਨਾ ਜਾਈ। ਕਿਹੜੀ ਕੀਮਤ ਹੈ, ਕੈਸੀ ਵਡਿਆਈ ਹੈ, ਕੈਸੀ ਗੱਤ ਹੈ, ਕੈਸੀ ਪਹੁੰਚਦਾ ਉਹ ਮਾਲਕ ਹੈ। ਕਹਿੰਦੇ, ਮਾਰ ਆਪੇ ਜੀ ਵਾਲਦਾ ਅੰਤਰ ਬਾਹਰ ਸਾਥ ਮਿਰਤਕ ਕਉ ਪਾਇਓ ਤਨ ਸਾਸਾ ਵਿਸ਼ਰ ਤਾਨ ਮਿਲਾਇਆ। He infuses breath into the dead ones। ਮੁਰਦਿਆਂ ਨੂੰ ਸੁਰਜੀਤ ਕਰ ਦਿੰਦਾ ਹੈ ਗੁਰੂ। ਇਹ ਗੁਰੂ ਗ੍ਰੰਥ ਸਾਹਿਬ ਦੇ ਪਾਕ ਬੋਲ ਨੇ। ਇੱਥੇ ਕੋਈ 2-4 ਕਿਤਾਬਾਂ ਪੜ੍ਹ ਕੇ ਕੁਤਰਕ ਸਾਧੇ ਵੀ ਇਹ ਹੋ ਨਹੀਂ ਸਕਦਾ, ਸਾਇੰਸ ਨਹੀਂ ਮੰਨਦੀ। ਸਾਇੰਸ ਦਾ ਇੱਕ ਦਾਇਰਾ ਹੈ। ਸਾਇੰਸ ਮਨੁੱਖ ਦੀ ਸੁਰਤੀ ਦੀ ਉਪਜ ਹੈ, ਧਰਮ ਗੁਰੂ ਪਰਮੇਸ਼ਰ ਦੀ ਉਪਜ ਹੈ, ਅਤੇ ਬੰਦੇ ਦੀ ਔਕਾਤ ਗੁਰੂ ਪਰਮੇਸ਼ਰ ਦੇ ਬਰਾਬਰ ਕਦੇ ਵੀ ਨਹੀਂ ਹੋ ਸਕਦੀ। ਸਾਇੰਸ ਦਾ ਅਦਬ ਹੈ, ਸੁੱਖ ਸਹੂਲਤਾਂ ਸਾਨੂੰ ਦੇ ਰਹੀ ਹੈ, ਪਰ ਇਹਦਾ ਮਤਲਬ ਇਹ ਨਹੀਂ ਵੀ ਉਹਨੂੰ ਧਰਮ ਦੇ ਸਿਰ 'ਤੇ ਬਿਠਾ। ਜਿੰਨੀ ਕੁ ਅੱਜ ਦੇ ਸਮੇਂ ਵਿੱਚ ਸਾਇੰਸ ਦੀ ਹਸਤੀ ਹੈ, ਜੋ ਉਹ ਬਿਆਨ ਕਰ ਰਹੇ ਨੇ, 500-700 ਵਰ੍ਹਾ ਪਹਿਲਾਂ ਹੀ ਗੁਰੂਆਂ ਪੀਰਾਂ ਨੇ ਬਿਆਨ ਕੀਤਾ ਹੈ। ਇਹਨਾਂ ਨੂੰ ਹਜੇ ਗ੍ਰਹਿ ਕਿੰਨੇ ਲੱਭੇ ਨੇ। ਪਹਿਲਾਂ 9 ਪਲੈਨਟਾਂ ਦੀ ਗੱਲ ਸੀ, ਮਰਕਰੀ, ਪਲੂਟੋ ਆਦਿਕ ਦੀ। ਹੁਣ ਕਹਿੰਦੇ ਨੇ ਹੋਰ ਲੱਭ ਰਹੇ ਨੇ। ਇਸ ਗੱਲ ਦਾ ਖਿਆਲ ਰੱਖਿਓ। ਕਹਿੰਦੇ ਧਰਤੀ ਇੱਕ ਹੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਉਹ ਵੀ ਲੱਭ ਜਾਣਗੀਆਂ, ਧਰਤੀ ਹੋਰ ਪਰ ਹੈ ਹੋਰ ਹੋਰ। ਸੋ ਧਰਮ ਜਿਹੜਾ ਵਿਸ਼ਾ ਹੈ ਨਾ, ਇਹ ਰਹਿਬਰਾਂ ਦਾ ਵਿਸ਼ਾ ਹੈ। ਇਹ ਅਗੰਮੀ ਬਰਕਤਾਂ ਜੋ ਆਮ ਮਨੁੱਖਤਾ ਨਾਲੋਂ ਉੱਚੇ ਉੱਠੇ ਮਹਾਂਪੁਰਸ਼ ਨੇ, ਉਹਨਾਂ ਦਾ ਵਿਸ਼ਾ ਹੈ। ਸਾਇੰਸ ਆਮ ਮਨੁੱਖਾਂ ਦਾ, ਆਪਣੇ ਵਰਗਿਆਂ ਦਾ ਵਿਸ਼ਾ ਹੈ। ਸੋ ਯਾਦ ਰੱਖਿਓ, ਧਰਮ ਦੀ ਅਜ਼ਮਤ ਜਿੱਥੇ ਸਾਇੰਸ ਦੀ ਬਰਕਤ ਮੁੱਕਦੀ ਹੈ, ਉੱਥੋਂ ਸ਼ੁਰੂ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨਾਲੋਂ ਵੱਡਾ ਸਾਡੇ ਲਈ ਕੋਈ ਸਾਇੰਟਿਸਟ ਨਹੀਂ ਹੈ, ਕੋਈ ਵਿਦਵਾਨ ਨਹੀਂ ਹੈ, ਕੋਈ ਵਿਚਾਰਧਾਰਾ ਨਹੀਂ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇ ਵਡੇ ਅਵਰਨਾ ਕੋਏ। ਤੇ ਬਾਣੀ ਕੀ ਕਹਿੰਦੀ ਹੈ? ਮਿਰਤਕ ਕੋ ਪਾਇਓ ਤਨ ਸਾਸਾ। ਉਹਨੇ 5 ਮੁਰਦੇ ਸੁਰਜੀਤ ਕਰਕੇ ਪਿਆਰੇ ਥਾਪ ਦਿੱਤੇ, ਖੰਡੇ ਦੀ ਪੌਲ ਬਖਸ਼ੀ ਹੈ। ਹਜ਼ਾਰਾਂ ਨੇ ਅੰਮ੍ਰਿਤ ਛਕਿਆ। ਹੁਣ 22 ਧਾਰ ਦੇ ਰਾਜੇ ਤੇ ਮੁਗਲਾਂ ਨੇ ਵੇਖਿਆ ਹੈ ਵੀ ਇਹ ਗੁਰੂ ਗੋਬਿੰਦ ਸਿੰਘ ਫਕੀਰੀ ਦੇ ਨਾਲ ਨਾਲ ਮੀਰੀ ਦੀ ਗੱਲ ਕਰ ਰਿਹਾ ਹੈ। ਕਿਤੇ ਸਾਡਾ 22 ਧਾਰ ਦੇ ਰਾਜਿਆਂ ਦਾ ਤਖਤ ਖੋਹ ਲਵੇ, ਉਹਦੇ ਬਾਅਦ ਦਿੱਲੀ ਦਾ ਤਖਤ ਮੱਲ ਲਵੇ, ਇਹਦਾ ਪਤਾ ਕੋਈ ਨਹੀਂ ਹੈ। ਇਹਨੂੰ ਕਾਬੂ ਕਰਨਾ ਚਾਹੀਦਾ ਹੈ। ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਉਹਨਾਂ ਨੂੰ ਬੜੀ ਵਿਉਂਤਬੰਦੀ ਦੇ ਨਾਲ 22 ਧਾਰ ਦੇ ਰਾਜੇ ਮੁਗਲੀਆਂ ਫੌਜਾਂ ਦੀ ਮਦਦ ਦੇ ਨਾਲ ਘੇਰਦੇ ਨੇ। ਰਾਜੇ ਜੋਗੀ ਪਾਤਸ਼ਾਹ ਨੇ ਸਿੱਖਾਂ ਨੂੰ ਬਣਾ ਦਿੱਤਾ, ਗੁਰ ਕੈ ਬਚਨ ਕੀਨੋ ਰਾਜ ਜੋਗ। ਰਾਜਸੀ ਬਰਕਤਾਂ ਕਿਵੇਂ ਹਾਸਲ ਕਰਨੀਆਂ ਨੇ, ਸਾਨੂੰ ਇਹ ਵੀ ਸਿਖਾ ਦਿੱਤਾ। ਭਗਤੀ ਦਾ ਪੱਖ, ਜੋਗ ਦਾ ਪੱਖ ਤੇ ਅੱਗੇ ਬੜਾ ਸੀ ਸਿੱਖਾਂ ਦੇ ਕੋਲ। ਤੁਸੀਂ ਹੈਰਾਨ ਰਹਿ ਜਾਓਗੇ, ਧਰਮ ਦੇ ਨਾਲ ਨਾਲ ਰਾਜਨੀਤੀ, ਯੁੱਧ ਨੀਤੀ ਵਿੱਚ ਆਪਣੇ ਖਾਲਸੇ ਨੂੰ ਨਿਪੁੰਨ ਕੀਤਾ ਪਾਤਸ਼ਾਹ ਨੇ। ਔਰ ਕੈਸੀ ਯੁੱਧ ਨੀਤੀ ਹੈ? ਘੱਟ ਸਾਧਨ ਨੇ,
ਤੇ ਟਾਕਰਾ ਉਹਨਾਂ ਦੇ ਨਾਲ ਹੈ ਜਿਹੜੇ ਭਾਰਤ ਵਰਸ਼ ਦੇ ਮਾਲਕ ਨੇ, ਜਿਨ੍ਹਾਂ ਕੋਲ ਸਾਧਨ ਬੜੇ ਨੇ, ਬਹੁਤਾਤ ਵਿੱਚ ਲੱਖਾਂ ਫੌਜਾਂ ਨੇ। ਔਰ ਕੈਸੀ ਯੁੱਧ ਨੀਤੀ ਹੈ ਵੀ 14 ਜੰਗ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮੁਗਲੀਆ ਫੌਜਾਂ ਤੇ 22 ਧਾਰ ਦੇ ਰਾਜਿਆਂ ਨਾਲ ਲੜ ਕੇ ਫਿਰ ਨੰਦੇੜਵਾ ਲਾਉਂਦੇ ਨੇ ਤੇ ਐਸੀ ਰਣਨੀਤੀ ਨਾਲ ਜੰਗ ਲੜਦੇ ਨੇ, 14 ਜੰਗਾਂ ਵਿੱਚ ਜਿੱਤ ਪ੍ਰਾਪਤ ਹੁੰਦੀ ਹੈ। ਕਿਸੇ ਜੰਗ ਵਿੱਚ ਹਾਰ ਨਹੀਂ ਵੇਖਣੀ ਪਈ। ਕੋਈ ਦੁਨੀਆ ਦਾ ਸੂਰਮਾ ਨਹੀਂ ਹੋਇਆ ਜਿਹੜਾ 14 ਜੰਗਾਂ ਲਗਾਤਾਰ ਜਿੱਤਿਆ ਹੋਵੇ। ਇੱਕ ਆਧ ਜੰਗ ਤੇ ਕੋਈ ਜੀਵਨ ਵਿੱਚ ਹਾਰ ਹੀ ਜਾਂਦਾ ਹੈ, ਜਿੱਡਾ ਚਾਹੇ ਉਹ ਮਹਾਨ ਸੂਰਬੀਰ ਹੋਵੇ, ਪਰ ਗੁਰੂ ਗੋਬਿੰਦ ਸਿੰਘ ਕੋਈ ਜੰਗ ਨਹੀਂ ਹਾਰਦੇ। ਖੈਰ 22 ਧਾਰ ਦੇ ਰਾਜਿਆਂ ਨੇ ਗੁਰੂ ਪਾਤਸ਼ਾਹ ਦੇ ਨਾਲ ਮੁਗਲਾਂ ਦੇ ਸਹਿਤ ਦੁਸ਼ਮਣੀ ਮੁੱਲ ਲਈ ਹੈ। ਚਾਹੇ ਉਹ ਭੰਗਾਣੀ ਦਾ ਯੁੱਧ ਹੈ ਜਿਹਦਾ ਬਚਿੱਤਰ ਨਾਟਕ ਵਿੱਚ ਤੁਸੀਂ ਜ਼ਿਕਰ ਪੜ੍ਹਦੇ ਹੋ, ਚਾਹੇ ਆਨੰਦਾਂ ਦੀ ਪੁਰੀ ਦੇ ਘੇਰੇ ਨੇ, ਕਦੇ ਭੀਮ ਚੰਦ ਵਜ਼ੀਰ ਖਾਂ ਦੀਆਂ ਫੌਜਾਂ ਨੂੰ ਨਾਲ ਲੈਂਦਾ ਹੈ, ਕਦੇ ਦੀਨਾ ਬੇਗ ਨੂੰ ਨਾਲ ਲੈਂਦਾ ਹੈ, ਕਦੇ ਪੈਂਡੇ ਖਾਂ ਨੂੰ ਨਾਲ ਲੈਂਦਾ ਹੈ। ਇਹ ਪੈਂਡੇ ਖਾਂ ਗੁਰੂ ਹਰਗੋਬਿੰਦ ਸਾਹਿਬ ਸਮੇਂ ਵੀ ਹੋਇਆ ਤੇ ਇੱਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਮੇਂ ਵੀ ਹੋਇਆ ਹੈ। ਨਹੀਂ ਜਿੱਤਦਾ ਭੀਮ ਚੰਦ, ਫਿਰ ਜੰਗ ਲੜਦਾ ਹੈ, ਫਿਰ ਨਾਲ ਗੁੱਜਰਾਂ ਨੂੰ, ਰੰਗੜਾਂ ਨੂੰ, ਲੁਟੇਰਿਆਂ ਨੂੰ ਨਾਲ ਭਰਤੀ ਕਰਦਾ ਹੈ ਬਈ ਗੁਰੂ ਘਰ ਖਜ਼ਾਨਾ ਬੜਾ ਹੈ, ਵੰਡ ਲਵਾਂਗੇ ਲੁੱਟ ਕੇ, ਆਓ ਮੇਰੇ ਨਾਲ। ਫਿਰ ਨਹੀਂ ਜਿੱਤ ਪਾਉਂਦਾ। ਇਤਿਹਾਸਕਾਰ ਜ਼ਿਕਰ ਕਰਦੇ ਨੇ ਗੁਰੂ ਪਾਤਸ਼ਾਹ ਦੇ ਉੱਤੇ ਧੋਖੇ ਦੇ ਨਾਲ ਨਿਰਮੋਹਗੜ੍ਹ ਕਿਲ੍ਹੇ ਵਿਖੇ ਤੋਪਚੀ ਰਾਹੀਂ ਹਮਲਾ ਵੀ ਕੀਤਾ ਜਾਂਦਾ ਹੈ, ਫਿਰ ਵੀ ਗੁਰੂ ਸਾਹਿਬ ਦਾ ਕੋਈ ਨੁਕਸਾਨ ਨਹੀਂ ਕਰ ਪਾਉਂਦੇ। ਫਿਰ ਭੀਮ ਚੰਦ ਸੂਬਾ ਸਰਹੰਦ ਨੂੰ ਨਾਲ ਲੈ ਕੇ ਵਜ਼ੀਰ ਖਾਂ ਨੂੰ ਹਮਲਾ ਕਰਦਾ ਹੈ, ਨਹੀਂ ਜਿੱਤ ਪਾਉਂਦਾ। ਇੱਦਾਂ ਤਕਰੀਬਨ ਕਈ ਜੰਗਾਂ ਦੇ ਵਿੱਚ ਕਦੇ ਅਲਫ ਖਾਂ ਨੂੰ ਨਾਲ ਲਿਆ, ਕਦੇ ਸੈਯਦ ਬੇਗ ਨੂੰ ਨਾਲ ਲਿਆ, ਕਦੇ ਜਲੰਧਰ ਦਾ ਸੂਬਾ ਨਾਲ ਚੱਲਦਾ ਹੈ। ਅੱਛਾ, ਕੁਝ ਜਰਨੈਲ ਐਸੇ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਕੇ ਹੀ ਮੁਰੀਦ ਹੋ ਜਾਂਦੇ ਨੇ, ਤਲਵਾਰ ਸੁੱਟ ਦਿੰਦੇ ਨੇ, ਗੁਰੂ ਦੀ ਕਦਮਬੋਸੀ ਕਰਦੇ ਨੇ। ਸਾਡਾ ਸੈਦ ਖਾਂ ਸੀ, ਇਹ ਦਿਦਾਰੇ ਕਰਕੇ ਹੀ ਗੁਰੂ ਦਾ ਪਿਆਰਾ ਹੋ ਗਿਆ ਸੀ। ਇੱਕ ਗੱਲ ਸਮਝ ਵਿੱਚ ਆ ਗਈ ਭੀਮ ਚੰਦ ਦੇ ਵੀ ਇਹ ਜਿਹੜੀਆਂ ਪੰਜਾਬ ਵਿਚਲੀਆਂ ਫੌਜਾਂ ਨੇ ਨਾ, ਇਹਨਾਂ ਨੂੰ ਲੈ ਕੇ ਮੈਂ ਗੁਰੂ ਗੋਬਿੰਦ ਸਿੰਘ ਦਾ ਕੁਝ ਵਿਗਾੜ ਨਹੀਂ ਸਕਦਾ, ਦਿੱਲੀ ਗੱਲ ਕਰਨੀ ਪਵੇਗੀ। ਔਰੰਗਜ਼ੇਬ ਨੂੰ ਇੱਕ ਚਿੱਠੀ ਲਿਖੀ ਜਾਂਦੀ ਹੈ ਵੀ ਅਸੀਂ ਤੇਰੇ ਨਮਕ ਹਲਾਲ ਹਾਂ, ਤੇਰੇ ਵਫਾਦਾਰ ਹਾਂ। ਫਿਕਰ ਸਾਨੂੰ ਇਹ ਹੈ ਵੀ ਗੁਰੂ ਗੋਬਿੰਦ ਸਿੰਘ ਦੀ ਤਾਕਤ ਇੰਨੀ ਵੱਧ ਰਹੀ ਹੈ, ਰੋਜ਼ ਉਹ ਦਾਅਵਾ ਕਰਦਾ ਹੈ ਵੀ ਆਪਣੇ ਪਿਤਾ ਦਾ ਬਦਲਾ ਲੈਣ ਲਈ ਦਿੱਲੀ ਦਾ ਤਖਤ ਮੈਂ ਮਿੱਟੀ ਵਿੱਚ ਮਿਲਾਉਣਾ ਹੈ। ਇਸ ਤੋਂ ਪਹਿਲਾਂ ਕਿ ਉਹਦੀ ਤਾਕਤ ਵਧੇ, ਸਾਡੇ ਤਖਤ ਖੋਹ ਕੇ ਉਹ ਦਿੱਲੀ ਨੂੰ ਮੱਲ ਲਵੇ, ਦਾ ਇਲਾਜ ਕਰ। ਅਸੀਂ ਤੇਰੇ ਨਾਲ, ਇਹ 22 ਰਾਜੇ 22 ਧਾਰ ਦੇ ਫੌਜਾਂ ਨਾਲ ਨੇ, ਤੂੰ ਦਿੱਲੀ ਤੋਂ ਫੌਜਾਂ ਭੇਜ, ਬਾਕੀ ਹੁਕਮ ਕਰ ਤੂੰ ਜਲੰਧਰ ਦੇ ਸੂਬੇ ਨੂੰ, ਸੂਬਾ ਸਰਹੰਦ ਵਜ਼ੀਰ ਖਾਂ ਦੀਆਂ ਫੌਜਾਂ ਤੇ ਅੱਗੇ ਹੀ ਨਾਲ ਨੇ, ਰਲ ਮਿਲ ਕਰਕੇ ਗੁਰੂ ਨੂੰ ਢਾਹ ਲਈਏ। ਬੜਾ ਵਧਾ ਚੜਾ ਕੇ ਚਿੱਠੀ ਪੱਤਰ ਔਰੰਗਜ਼ੇਬ ਨੂੰ ਇਹਨਾਂ ਨੇ ਲਿਖਿਆ ਹੈ ਵੀ ਤੇਰਾ ਭਾਰਤ ਵਰਸ਼ ਦੇ ਹਰ ਕੋਨੇ ਵਿੱਚ ਹੁਕਮ ਲਾਗੂ ਹੈ, ਨੰਦਾਂ ਦੀ ਪੁਰੀ 'ਚ ਲਾਗੂ ਨਹੀਂ ਹੋਇਆ। ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਖਿਲਾਫਤ ਕੀਤੀ ਚਿੱਠੀਆਂ ਲਿਖੀਆਂ ਗਈਆਂ। ਔਰੰਗਜ਼ੇਬ ਨੇ ਉੱਥੋਂ ਚਿੱਠੀ ਕੱਢੀ ਹੈ, ਬੇਵਸੀ ਸਮਝ ਗਿਆ ਹੈ 22 ਧਾਰ ਦੇ ਰਾਜਿਆਂ ਦੀ, ਖਤਰਾ ਵੀ ਭਾਪ ਗਿਆ ਹੈ ਵੀ ਗੁਰੂ ਤਾਕਤ ਬੜੀ ਵੱਡੀ ਬਣ ਰਿਹਾ ਹੈ। ਉਹਨੇ ਵਜ਼ੀਰ ਖਾਂ ਨੂੰ ਚਿੱਠੀ ਭੇਜੀ ਹੈ ਵੀ ਗੁਰੂ ਦੀਆਂ ਮੁਸ਼ਕਾਂ ਬੰਨ੍ਹ ਕੇ ਮੇਰੇ ਦਰਬਾਰ ਵਿੱਚ ਪੇਸ਼ ਕਰੋ, ਜੇ ਨਹੀਂ ਕਾਬੂ ਆਉਂਦਾ ਇਹਦਾ ਖੁਰਾ ਖੋਜ ਮਿਟਾ ਦਿਓ। ਆਪ ਦੱਖਣ ਵਿੱਚ ਸੀ, ਚਿੱਠੀਆਂ ਉਸਨੇ ਭੇਜ ਦਿੱਤੀਆਂ ਨੇ। ਸੂਬਾ ਲਾਹੌਰ ਨੂੰ ਵੀ ਚਿੱਠੀ ਕੱਢਦੀ ਹੈ। ਖੈਰ ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਨੂੰ ਆਨੰਦਾਂ ਦੀ ਪੁਰੀ ਵਾਲਾ ਘੇਰਾ ਪੈਂਦਾ ਹੈ, ਜਿਹੜਾ 6-7 ਮਹੀਨੇ ਪਿਆ ਰਿਹਾ, ਜਿਹਦੇ ਬਾਅਦ ਆਨੰਦਾਂ ਦੀ ਪੁਰੀ ਦਾ ਜਿਹੜਾ ਉਹ ਇਲਾਕਾ ਹੈ ਪਾਤਸ਼ਾਹ ਨੂੰ ਛੱਡਣਾ ਪੈਂਦਾ ਹੈ।
ਇੱਥੇ ਲਾਹੌਰ ਦੀ ਫੌਜ ਹੈ। ਇਸ ਜੰਗ ਦੇ ਵਿੱਚ ਜਲੰਧਰ ਦੇ ਸੂਬੇ ਦੀ ਫੌਜ ਹੈ, 22 ਧਾਰ ਦੇ ਰਾਜਿਆਂ ਦੀਆਂ ਫੌਜਾਂ ਨੇ, ਸੂਬਾ ਸਰਹੰਦ ਦੀਆਂ ਫੌਜਾਂ ਨੇ, ਲੁਟੇਰੇ ਨੇ, ਗੁੱਜਰ ਨੇ, ਰੰਗੜ ਨੇ, ਸਾਰੇ ਇਕੱਠੇ ਹੋ ਕੇ ਆਨੰਦਾਂ ਦੀ ਪੁਰੀ ਨੂੰ ਘੇਰ ਲੈਂਦੇ ਨੇ। ਇਹ ਕੋਈ 1704 ਦੇ ਵਿੱਚ ਘੇਰਾ ਪੈਂਦਾ ਹੈ। ਹੁਣ ਬੜਾ ਸਮਾਂ ਲੱਗ ਗਿਆ, ਸ਼ਾਹੀ ਫੌਜਾਂ ਦੇ ਡੇਰੇ ਲੱਗੇ ਸਨ, ਜੰਗ ਜਿੱਤ ਨਹੀਂ ਪਾ ਰਹੇ, ਪਹਾੜੀ ਲੋਕਾਂ ਦਾ ਨੁਕਸਾਨ ਬੜਾ ਹੋ ਰਿਹਾ ਹੈ, ਲੋਕ ਬੜੇ ਦੁਖੀ ਨੇ। ਹੁਣ ਦੇਖੋ ਮੌਸਮ ਵਿੱਚ ਵੀ ਬੜੀ ਤਬਦੀਲੀ ਹੈ। ਗਰਮੀਆਂ ਵਿੱਚ ਘੇਰਾ ਪੈਂਦਾ 1704, ਉਹਦੇ ਬਾਅਦ ਵਰਖਾ ਦੀ ਰੁੱਤ ਆਉਂਦੀ ਹੈ, ਕਈ ਰੋਗ ਪੈਦਾ ਹੁੰਦੇ ਨੇ। ਹੁਣ ਸਿਆਲ ਆ ਗਿਆ, ਜਦੋਂ ਹਰ ਹੀਲਾ ਵਰਤ ਕੇ ਵੀ ਗੁਰੂ ਕਿਆਂ ਨੂੰ ਹਰਾ ਨਾ ਸਕੇ, ਰਾਸ਼ਨ ਪਾਣੀ ਬੰਦ ਕਰਕੇ ਵੀ ਹਰਾ ਨਾ ਸਕੇ, ਸਿੰਘਾਂ ਪੱਤੇ ਖਾ ਕੇ ਗੁਜ਼ਾਰਾ ਕੀਤਾ, ਰੁੱਖਾਂ ਦਾ ਸੱਕ ਪਾਣੀ ਵਿੱਚ ਉਬਾਲ ਕੇ ਉਹ ਜਲ ਛਕ ਕੇ ਚੜ੍ਹਦੀ ਕਲਾ ਵਿੱਚ ਕਹਿੰਦੇ ਨੇ ਸਦਾ ਗੁਲਾਬ ਛਕਿਆ ਹੈ। ਹੁਣ ਵਜ਼ੀਰ ਖਾਂ ਨੂੰ ਸਮਝ ਨਹੀਂ ਪੈਂਦੀ ਵੀ ਕੀ ਕੀਤਾ ਜਾਵੇ। ਅੱਲਾ ਯਾਰ ਖਾਂ ਨੇ ਫਾਰਸੀ, ਉਰਦੂ ਆਦਿਕ ਭਾਸ਼ਾਵਾਂ ਵਿੱਚ ਬੜੀ ਪੁਰਜ਼ੋਰ ਕਲਮ ਵਾਹੀ ਹੈ। ਪਰਸ਼ੀਅਨ ਦੇ ਉਹਦੇ ਬੋਲ ਨੇ, ਅਦਾ ਕੀ ਫੌਜ ਕੇ ਨਾ ਸ਼ੁਮਾਰੋ ਹਿਸਾਬ ਤੇ। ਉਦੂ ਕਹਿੰਦੇ ਨੇ ਦੁਸ਼ਮਣ ਨੂੰ, ਤੇ ਅਦਾ ਦਾ ਭਾਵ ਦੁਸ਼ਮਣ ਦਾ ਉਦੂ ਦਾ ਬਹੁ ਵਚਨ। ਕਹਿੰਦੇ ਗਿਣਤੀ ਨਹੀਂ ਹੋ ਸਕਦੀ, ਫੌਜ ਹਜ਼ਾਰਾਂ ਤੋਂ ਟੱਪ ਕੇ ਲੱਖਾਂ ਵਿੱਚ ਹੋ ਗਈ ਹੈ। ਜਿੰਨੇ ਦੁਸ਼ਮਣ ਨੇ ਨਾ, ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਅਦਾ ਕੀ ਫੌਜ ਕੇ ਨਾ ਸ਼ੁਮਾਰੋ ਹਿਸਾਬ ਥੇ, ਨਵਾਬ फौज के एक नहीं दो रुबाब थे। कहते देखो उत्थे नवाब भी दो मुख ने, आगू भी दो मुख ने, नाल 22 धार दे राजे वखरे ने। गुरु गोबिंद सिंह पातशाह कोल मुट्ठी पर फौजां ने, लंबेरा घेरा चलिया, गल नहीं बनी। अखीर झूठियां कसमां कुरान दियां खादियां वजीर खां वर्गियां ने। औरंगजेब दी चिट्ठी दस्खतां सहित कुरान दी कसम दी भी आई है। कासद ने पेश होके वो चिट्ठी दी है, बेनती की है पातशाह दे अगे। इतने में इतला हुई कि कासिद एक आया है। महाराज पातशाह बाबत अल्लाह यार खां लिखदा भी इतला मिली, महाराज कासिद आया है, हलकारा आया है, सुनेहा लैके, चिट्ठी है, कुरान दी कसम है। इतने में इतला हुई कि कासिद एक आया है, सरहंद के नवाब का पैगाम लाया है। महाराज दे सामने कासिद हाजिर हुंदा है। झूठियां कसमां खादियां जांदियां ने। ये 22 धार दे राजे आटे दियां गऊआं बना के गऊ दी कसम खांदे ने। कसमां खा के झूठे वादे कीते जांदे ने। देखो गुरु दी एक अजमत है, बिन बोलिया सब किश जानदा। वो जानते सन भी ये फरेबी लोग ने, पर सिखां ने जिद की ते जदों बच्चा जिद करदा है ना, मापे फिर मनदे ने। महाराज ने सिखां दे जिद करन ते ना बचन ते कह दिता भी कुछ समा रुक जांदे। रोग सोग विच फौजां मर मुक रहीआं सन, तुहानूं राज भाग मैं बख्श देना सी। सिंह नहीं मन्ने। 6 पो दी रात 1761 बिक्रमी संमत नूं आनंदां दी पुरी छड्डी। गुरबख्श दास उदासी नूं आनंदां दी पुरी दे गुरधामां दी सेवा दित्ती। उदासी महापुरुष नूं सेवा बख्शी है। ਜਿਹਦੇ भी ਕਰਮਾਂ ਵਿੱਚ सेवा लिखी है ना, चंगे भागां दे कारण उसनूं ही मिलेगी। जां कै मस्तक भाग से सेवा लाया। ਜਿਹਦੇ चंगे भाग ने विद गुड डेस्टिनी, चंगी किस्मत तो बिना सेवा नहीं मिलती। महाराज चल पे कीरतपुर वड्डियां दे स्थान ते नमस्कार कीती है।
ਸੱਤ ਪੋਹ ਦਾ ਤੜਕਾ ਹੋ ਗਿਆ ਸਰਸਾ ਦੇ ਕੰਢੇ, ਆਸਾ ਦੀ ਵਾਰ ਲੱਗੀ ਹੈ, ਨਿਤਨੇਮ ਹੋਇਆ ਹੈ। ਉਹ ਕਸਮਾਂ ਤੋੜ ਕੇ ਮੁਗਲੀਆ ਫੌਜਾਂ ਨੇ, ਬਾਈ ਧਾਰ ਦੀਆਂ ਫੌਜਾਂ ਨੇ ਹਮਲਾ ਕਰ ਦਿੱਤਾ। बदबख्तों ने जो वादा किया बिसर गए, ना मर्द कौल करके जुबां से मुकर गए। हकीम अल्लाह यार खां जोगी पंज वगे दा नमाजी मुसलमान कहंदा वादे तोड़ दिते गए। गुरु ग्रंथ साहिब पातशाह दा एक बोल है, कहंदे तूं लख नमाज़ां पढ़ लै, बाणी पढ़ लै, रब दे गीत गा लै, जे अंदर कपट है ना, अंदर ठगी है, अंदर फरेब है, जुबान दा लख तू सच्चा हो के विखाउना है। तेरा नमाज पढ़िया, धार्मिक ग्रंथ पढ़िया, रब दे गीत गाए सफले नहीं। बड़े पाक बोल ने बाणी दे। गुरु ग्रंथ साहिब पातशाह कहंदे ने, क्या उज्जू पाक किया मुँह धोया, क्या मसीत सिर लाया। की होया, मत्था टेक लिया मसीत विच। उज्जू पंज शनाने नूं कहंदे ने मुसलमान, जिद्दां आपां कहने पंज शनाना कर लिया, मूँह हत्थ धो लए, रब दे गीत गा लए, बाणी पढ़ लई, उज्जू कहंदे ने। कहंदे की होया, तूं पंज शनाना कर लिया, मूँह हत्थ धो लिया, सुचम कर लई। ये अरबी दा लफ्ज़ है उज्जू। मसीते सिर भी नवा लिया, नमाज तू पढ़ लई। कहंदे जाओ दिल मह कपट निवाज गुजारो, क्या हज काबे जाया। जे दिल विच कपट है, झूठ है, फरेब है, ठगी है, नमाज तेरी सफली नहीं। इत्थों तक तू काबे दा हाजी बन जा, काबे दी यात्रा भी कर लै, फिर भी तेरा जीवन सफला नहीं। हुण कहंदे ते असीं इस्लाम दे प्रचारक हां, मुगल लोक, पर ठगियां ठोरियां फरेब ਇਹ ਇਹਨਾਂ ਦਾ ਜੀਵਨ ਹੈ। ਆਪਣੇ ਧਾਰਮਿਕ ਗ੍ਰੰਥ ਦੀਆਂ ਝੂਠੀਆਂ ਕਸਮਾਂ ਖਾਂਦੇ ਨੇ। ਸਰਸਾ ਦੇ ਕੰਢੇ ਬਾਬਾ ਅਜੀਤ ਸਿੰਘ ਨੇ ਜੰਗ ਲੜੀ ਹੈ, ਉੱਥੇ ਬਾਬਾ ਉਦੈ ਸਿੰਘ ਸ਼ਹੀਦ ਹੁੰਦਾ ਹੈ ਮੈਦਾਨੇ ਜੰਗ ਵਿੱਚ। ਪਾਤਸ਼ਾਹ ਸਮਾਪਤੀ ਕਰਦੇ ਨੇ, ਨਿਤਨੇਮ ਦੀ, ਆਸਾ ਦੀ ਵਾਰ ਦੀ ਅਰਦਾਸਾ ਸੋਧਦੇ ਨੇ, ਮੈਦਾਨੇ ਜੰਗ ਵਿੱਚ ਉਤਰ ਕੇ ਐਸਾ ਹਮਲਾ ਕਰਦੇ ਨੇ। ਅੱਲਾ ਯਾਰ ਖਾਂ ਕਹਿੰਦੇ ਉੱਥੇ ਫੌਜਾਂ ਪਿੱਛੇ ਹਟ ਜਾਂਦੀਆਂ ਨੇ, ਨੁਕਸਾਨ ਕਰਵਾ ਕੇ ਆਪਣਾ। ਹੁਣ ਇੱਥੋਂ ਪਾਤਸ਼ਾਹ ਦੇ ਹੁਕਮ ਵਿੱਚ ਪਰਿਵਾਰ ਸਰਸਾ ਲੰਘਦਾ ਹੈ। ਸਰਸਾ ਦਾ ਵਹਾਅ ਤੇਜ਼ ਹੈ, ਪਰਿਵਾਰ ਕਈ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਉੱਥੇ ਮਹਾਰਾਜ ਦਾ ਬੜਾ ਕੀਮਤੀ ਸਮਾਨ ਸਰਸਾ ਦੀ ਭੇਟ ਚੜ੍ਹਦਾ ਹੈ, ਚਾਹੇ ਉਹ ਕੀਮਤੀ ਸ਼ਸਤਰ ਨੇ, ਚਾਹੇ ਉਹ ਪਾਤਸ਼ਾਹ ਦੇ ਕਵੀਆਂ ਦੀਆਂ ਪਾਕ ਲਿਖਤਾਂ ਨੇ, ਚਾਹੇ ਗੁਰੂ ਪਾਤਸ਼ਾਹ ਦੀਆਂ ਕੁਝ ਆਪਣੀਆਂ ਲਿਖਤਾਂ ਨੇ। ਵਿਦਿਆ ਸਾਗਰ ਗ੍ਰੰਥ ਬਾਬਤ ਜ਼ਿਕਰ ਆਉਂਦਾ, 9 ਮਣ ਦਾ ਗ੍ਰੰਥ, ਜਿਹਦੇ ਵਿੱਚ ਗੁਰੂ ਪਾਤਸ਼ਾਹ ਅਤੇ ਕਵੀਆਂ ਦੀਆਂ ਵੀ ਲਿਖਤਾਂ ਸਨ, ਉਹ ਰੁੜ ਗਿਆ। ਅਤੇ ਹੁਣ ਜੋ ਸਾਡੇ ਕੋਲ ਬਚਿਆ ਹੈ ਸ੍ਰੀ ਦਸਮ ਮਹਾਰਾਜ ਦੀ ਬਾਣੀ, ਇਹ ਹੀ ਬਚੀ ਹੈ ਜੋ ਆਪਾਂ ਪੜ੍ਹਦੇ ਹਾਂ। ਖੈਰ, ਉੱਥੇ ਨੁਕਸਾਨ ਬੜਾ ਹੋਇਆ। 7 ਪੋਹ 1761 ਬਿਕਰਮੀ ਸੰਮਤ ਨੂੰ ਸਰਸਾ ਲੰਘੇ ਨੇ, ਚਮਕੌਰ ਨੂੰ ਚੱਲ ਪਏ। ਮਾਤਾ ਗੁਜਰੀ ਜੀ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨਾਲ ਇਹ ਇੱਕ ਦਿਸ਼ਾ ਨੂੰ ਚੱਲ ਪੈਂਦੇ ਨੇ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਕਲਗੀਧਰ ਪਾਤਸ਼ਾਹ ਦੇ ਨਾਲ ਇੱਕ ਦਿਸ਼ਾ ਨੂੰ, ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ, ਭਾਈ ਮਨੀ ਸਿੰਘ ਨਾਲ ਇੱਕ ਦਿਸ਼ਾ ਨੂੰ। ਪਰਿਵਾਰ ਤਿੰਨਾਂ ਹਿੱਸਿਆਂ ਵਿੱਚ ਹੋ ਗਿਆ। ਮਹਾਰਾਜ ਪਿੰਡ ਘਨੌਲੇ ਨੂੰ ਲੰਘਦੇ, ਪਿੰਡ ਫਿੱਡੇ ਨੂੰ ਲੰਘਦੇ, ਮੰਜ਼ਲਾਂ ਮਾਰਦੇ ਰੋਪੜ ਪਹੁੰਚੇ ਨੇ। ਰੋਪੜ ਤੋਂ ਪਾਤਸ਼ਾਹ ਅੱਗੇ ਵਧੇ ਨੇ। ਉੱਥੇ ਪਠਾਣਾਂ ਨੇ ਵੈਰ ਕਮਾਇਆ ਮਹਾਰਾਜ ਨਾਲ। ਮਹਾਰਾਜ ਨੇ ਉਹਨਾਂ ਦੇ ਵੀ ਦੰਦ ਖੱਟੇ ਕੀਤੇ ਨੇ। ਪਿੰਡ ਕੋਟਲੇ ਪਹੁੰਚੇ ਨੇ, ਜਿੱਥੋਂ ਦਾ ਨਿਹੰਗ ਖਾਂ ਪਠਾਨ ਗੁਰੂ ਘਰ ਦਾ ਸ਼ਰਧਾਲੂ ਸੀ। ਖੈਰ, ਇੱਥੋਂ ਪਾਤਸ਼ਾਹ ਅੱਗੇ ਗਏ, ਲਖੀਮਪੁਰ ਪਹੁੰਚੇ। ਇਉਂ ਪਿੰਡਾਂ ਨੂੰ ਲੰਘਦੇ ਹੋਏ ਦੁੱਗਰੀ ਲੰਘ ਕੇ, ਤਾਲਾਪੁਰ ਲੰਘ ਕੇ, ਇਹ ਜਿਸ ਜਗ੍ਹਾ ਦੇ ਉੱਤੇ ਪਾਤਸ਼ਾਹ ਪਹੁੰਚਦੇ ਨੇ ਉਹ ਚਮਕੌਰ ਦਾ ਬਾਗ ਹੈ। ਉੱਥੇ ਮਹਾਰਾਜ ਬੈਠੇ। ਇਹ 7 ਪੋਹ ਦੀ ਸ਼ਾਮ ਤੱਕ, ਰਾਤ ਤੱਕ ਚਮਕੌਰ ਪਹੁੰਚ ਜਾਂਦੇ ਨੇ। 6 ਪੋਹ ਦੀ ਰਾਤ ਨੰਦਾਂ ਦੀ ਪੁਰੀ ਛੱਡੀ, 7 ਪੋਹ ਦੇ ਤੜਕੇ ਸਰਸਾ ਲੰਘੀ ਹੈ, ਅਤੇ 7 ਪੋਹ ਦੀਆਂ ਸ਼ਾਮਾਂ ਨੂੰ ਚਮਕੌਰ ਪਹੁੰਚ ਜਾਂਦੇ ਨੇ। ਉੱਥੇ ਕੱਚੀ ਗੜੀ ਵਿੱਚ ਮਹਾਰਾਜ ਨੇ ਡੇਰਾ ਲਾਇਆ। ਦੀਨ ਦੁਨੀਆ ਦੇ ਮਾਲਕ
ਉੱਥੇ ਉਹ ਸਮਾਂ ਉਡੀਕ ਰਹੇ ਨੇ ਜਿਹਦੇ ਬਾਬਤ ਅੱਲਾ ਯਾਰ ਖਾਂ ਕਹਿੰਦਾ, ਉਹ ਕਹਿੰਦੇ ਸੀ ਮੈਂ ਇੱਥੇ ਆ ਕੇ ਸੁਰਖਰੂ ਹੋਣਾ ਹੈ, ਮੈਂ ਸਰਬੰਸ ਵਾਰਨਾ ਹੈ। ਇਸ ਸਰਬੰਸ ਦੇ ਵਿੱਚੋਂ ਮੈਂ 2 ਕਿਸ਼ਤਾਂ ਇੱਥੇ ਅਦਾ ਕਰਨੀਆਂ ਨੇ, ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਵਾਲੀ। 2 ਕਿਸ਼ਤਾਂ ਤੇ ਫਿਰ ਸਰਹੰਦ ਅਦਾ ਹੋਣਗੀਆਂ। दीन दुनिया दे मालिक बारे उन्हें बड़ा सुंदर लिखिया, कहंदा जिस खित्ते में हम कहते थे आना ये वही है, जिस खित्ते में हम कहते थे आना ये वही है, कल लुट के जहाँ से है जाना ये वही है, जिस जहाँ पे है बच्चों को कटाना यह वही है, मट्टी कह देती है ठिकाना यह वही है। ये ਉਹੀ ਜਗ੍ਹਾ ਹੈ ਜਿੱਥੇ ਮੇਰੇ ਬੱਚੇ ਸ਼ਹੀਦੀ ਪਾਉਣਗੇ, ਜਿੱਥੇ ਮੇਰੇ ਜਾਨ ਨਾਲੋਂ ਪਿਆਰੇ ਸਿੰਘ ਸ਼ਹੀਦ ਹੋਣਗੇ, ਜਿੱਥੇ ਦੁਨੀਆ ਦਾ ਇੱਕ ਅਚਰਜ ਇਤਿਹਾਸ ਰਚਿਆ ਜਾਵੇਗਾ, ਕਿਉਂਕਿ ਇੱਦਾਂ ਦਾ ਜੰਗ ਰੂਹੇ ਜ਼ਮੀਨ 'ਤੇ ਹੋਰ ਕਿਧਰੇ ਨਹੀਂ ਹੋਇਆ। ਇੱਕ ਬੰਨੇ 40 ਭੁੱਖੇ ਭਾਣੇ ਸਿੰਘ ਤੇ ਇੱਕ ਬੰਨੇ 10 ਲੱਖ ਦਾ ਘੇਰਾ। ਰਾਤ ਲੰਘ ਗਈ ਸ਼ਾਹੀ ਫੌਜ ਦੀ ਉਡੀਕ ਕਰਦਿਆਂ, ਅਗਾਂਹ ਜਾ ਸਕਦੇ ਨੇ ਪਰ ਨਹੀਂ ਗਏ। ਰਾਤ ਉੱਥੇ ਹੀ ਰੁਕੇ ਨੇ ਵੀ ਸ਼ਾਹੀ ਫੌਜ ਆਵੇ, ਮੈਦਾਨੇ ਜੰਗ ਵਿੱਚ ਵੇਖਾਂਗੇ। ਪਾਤਸ਼ਾਹ ਨੇ ਆਪਣੀ ਕਲਮ ਨਾਲ ਜ਼ਫਰਨਾਮੇ ਵਿੱਚ ਸਾਫ਼ ਲਿਖਿਆ ਹੈ, ਕਹਿੰਦੇ ਮੈਨੂੰ 10 ਲੱਖ ਦਾ ਘੇਰਾ ਪਿਆ। ਗੁਰਸਿੰਹੀ ਚੇਕਾਰੇ ਕੁਨਦ ਚਹਿਲ ਨਰ ਕੇ ਦਹਲਕ ਬਰਾਇਦ ਬਰੋ ਬੇਖਬਰ। 10 ਲੱਖ ਦਾ ਕਹਿੰਦੇ ਮੈਨੂੰ ਘੇਰਾ ਹੈ। ਦਹ ਫਾਰਸੀ ਵਿੱਚ 10 ਨੂੰ ਕਹਿੰਦੇ ਨੇ, ਲੱਖ ਲੱਖ ਨੂੰ ਕਹਿੰਦੇ ਨੇ। ਇੱਥੇ ਚਹਿਲ ਲਫ਼ਜ਼ ਹੈ ਤੇ ਪਰਸ਼ੀਅਨ ਵਿੱਚ ਚਹਿਲ 40 ਨੂੰ ਕਹਿੰਦੇ ਨੇ। ਕਹਿੰਦੇ ਭੁੱਖੇ 40 ਸਿੰਘ ਨੇ ਤੇ 10 ਲੱਖ ਦਾ ਮੈਨੂੰ ਘੇਰਾ ਹੈ। ਦੀਨ ਦੁਨੀਆ ਦੇ ਮਾਲਕ, ਸੁਬਾ ਹੁੰਦੀ ਹੈ, ਕੁਝ ਸਿੰਘ ਮੈਦਾਨੇ ਜੰਗ ਵਿੱਚ ਨਿੱਤਰ ਕੇ ਸ਼ਹਾਦਤ ਪਾਉਂਦੇ ਨੇ। ਸਾਹਿਬਜ਼ਾਦਾ ਅਜੀਤ ਸਿੰਘ 17 ਕੁ ਵਰ੍ਹਿਆਂ ਦਾ ਮੈਦਾਨੇ ਜੰਗ ਵਿੱਚ ਜਾਣ ਦੀ ਆਗਿਆ ਮੰਗਦਾ ਹੈ। ਅੱਲਾ ਯਾਰ ਖਾਂ ਕਹਿੰਦੇ ਬੜਾ ਕਮਾਲ ਦਾ ਜੰਗ ਉਸਨੇ ਲੜਿਆ। ਗੁਰੂ ਗੋਬਿੰਦ ਸਿੰਘ ਖੁਸ਼ ਹੋ ਗਏ, ਅਟਾਰੀ 'ਤੇ ਖਲੋਤੇ ਵੇਖ ਰਹੇ ਸਨ। ਦੇਖੋ ਸਾਨੂੰ ਜੀਵਨ ਮਿਲਿਆ ਹੀ ਗੁਰੂ ਦੀ ਖੁਸ਼ੀ ਲਈ ਹੈ। ਗੋਬਿੰਦ ਕੀ ਟਹਿਲ ਸਫਲ ਇਹ ਕਾਇਆ, ਇਹ ਕਾਇਆ, ਇਹ ਸਰੀਰ ਸਫਲਾ ਹੀ ਉਹਦਾ ਹੈ ਜਿਹੜਾ ਗੁਰੂ ਦੀ ਸੇਵਾ ਕਰਦਾ ਹੈ। ਗੁਰੂ ਸਾਹਿਬ ਇਸ ਸੇਵਾ ਤੋਂ ਖੁਸ਼ ਹੋ ਗਏ ਵੀ ਧਰਮ ਲਈ ਜੂਝ ਰਿਹਾ ਹੈ ਮੇਰਾ ਲਖਤੇ ਜਿਗਰ। ਜਦੋਂ ਖੁਸ਼ ਹੋਏ ਨਾ ਪਾਤਸ਼ਾਹ, ਕਹਿੰਦੇ ਸਾਹਿਬਜ਼ਾਦੇ ਨੇ ਨਾ ਤਲਵਾਰ ਉਠਾ ਕੇ ਸਿਰ ਝੁਕਾਇਆ ਹੈ। ਦਿਲਬੰਦ ਨੇ तलवार से तस्लीम बजाई, गर्दन पे अदाब दिलावर ने झुकाई, इतने में फौजे सितम आरा उमड़ आई, बरशी किसी बदबख्त ने पीछे से लगाई। सिर झुकाया, हज़ारां सिपाहियां ने वार किया। गुरु साहब ने उपरों हस्त चुकिया खेड़े विच खुशी विच भी जीवन सफला है, दीन लई लड़ रहे हो तुसी। जदों पातशाह ने खेड़े विच हस्त उठाया है ना, ते दीन दुनिया दे मालक गुरु गोबिंद सिंह पातशाह दा लखते जिगर उधर मैदाने जंग विच है। हज़ारां वार चलदे ने, शहादत दी अवधि नूं माणदा है। वो छोटा बाबा जुझार सिंह वो तकदा है अखीं, एवें 14-15 वरियां दी उम्र, भाई नहीं रहा। दौड़ के आके पिता अगे बेनती की है। वेखण वाला सोचेगा डर गया है, भयभीत हो गया है, पिता दी बुक्कल विच लुकना चाहुंदा है क्योंकि भरा दी सामने लोथ पई है। नहीं, डरिया नहीं। पता की कहंदा है, भाई से बिछड़ कर, भाई से बिछड़ कर, कहंदा भाई तो विछड़िया हाँ मैं, क्योंकि वो शहीद हो गया, मैं सुरजीत हाँ हजे। ऐ मेरे पिता, मैं ਉਹਦੇ ਨਾਲ ਰਿਹਾ, ਨਾਲ ਵਿਦਿਆ ਹਾਸਲ ਕੀਤੀ, ਇਕੱਠਿਆਂ ਖਾਧਾ, ਇੱਕੇ ਮਾਂ ਦੀ ਗੋਦ ਵਿੱਚ ਖੇਡੇ, ਇੱਕੇ ਮਾਂ ਦਾ ਖੀਰ ਚੁੰਘਿਆ।
ਹਰ ਜਗ੍ਹਾ ਜਿੱਥੇ ਵੀ ਭੇਜਿਆ ਇਕੱਠਿਆਂ ਨੂੰ ਭੇਜਿਆ, ਤੇ ਅੱਜ ਇਕੱਲਾ ਵੱਡਾ ਵੀਰ ਮੈਦਾਨੇ ਜੰਗ ਵਿੱਚ ਭੇਜ ਦਿੱਤਾ ਹੈ। भाई से बिछड़ कर हमें जीना नहीं भाता, सोना नहीं, खाना नहीं, पीना नहीं भाता, मैनू भी आग्या दो मैं भी उसे वीर दी बांह ते जाके सौ जावां। ये साडा काका 14-15 वरियां दा नहीं ये मंग रख सकदा। आ बत्ती बुझा दिओ ते गवांढियां घर रखो, काका खट्टा लियाउणा दही जमाउणा है, ते ये इन्ने जोगा नहीं भी हनेरे विच गवांढियां घर चलिया जावे। इत्थे 10 लाख नंगी तलवार ते नचना है, और सन्मुख सिट्टा है, वड्डा भाई नहीं बचिया, बचेगा ये भी नहीं। शरीर संत दा है जां साकत दा है, राम गयो रावण गयो रह कोई नहीं सकता। महाराज ने ना उत्थे अपने पाक हस्त कमलों विच सिर लैके ना मत्था चुमिया। कैसा जिगरा कह रहे सन, जो तुद भावै साई भली कार। एक शहीद हो गया, जो तैनू भाउंदा परमात्मा दूजा भी हो जावे, सब ठीक है। वेखो तुहाडी की इच्छा है, अपनी की इच्छा हुंदी, बच्चा वड्डा होया, चंगी नौकरी लगे, डॉक्टर बने, चंगे घर रिश्ता होवे, परिवार वधे फुले प्रफुल्लत होवे, यही मंगा ने ना। बापू कलगीधर दी मंग वेख, बेटा हो तुम ही पंथ के बेड़े के खवैया, सर भेंट करो ताके चले धर्म की नैया, ले दे के तुम ही थे मेरे गुलशन के बकैया, ले दे के तुम ही थे मेरे गुलशन के बकैया, लो जाओ खुल्द में राह तकते हैं भैया। उथे पाक बोल के कहंदे, देख तेरा भाई सचखंड विच तैनू उड़ीक रहा है, छेती जा। एक इच्छा है मेरी, जदों मैदाने जंग विच उतरे, ख्वाहिश है तुम्हें तेग चलाते हुए देखें, इस आँख से बरशी तुम्हें खाते हुए देखें। वेखो बापू दी इच्छा, मैं चाहुंदा है मैदाने जंग विच तेग चलावें, ते हिक विच वार खावें, पिठ ते ना खावें। ये मेरी इच्छा है, मैदाने जंग विच तू शहीद होवें, क्योंकि शहीदां नूं सीधी खुदा दी गोद मिलदी है। पहला मरण कबूल जीवन की छड़ आस, हो सबना की रेणका, तो आओ हमारा शहीद नालों उच्चा रुतबा गुरु दे दर ते कोई नहीं है। खैर आप शस्त्र साज के भेजिया है मैदाने जंग विच। साहिबजादे ने अपने जोहर विखाए ने। वजीर खां हैरान रह गया भी जेड़ा गुरु अपने 14-15 वरियां दे लखते जिगर नूं मैदाने जंग तो वारन लई उतावला है, जिहदे धर्म दे छोटे छोटे बछड़े अपना लहू डोल के धर्म नूं हरिया भरिया रखण दे लई, इस रुख नूं सुरजीत करन दे लई उतावले ने, वो खालसा पंथ रूपी रुख कदे सुक सड़ नहीं सकदा। ये समझ पै गई वजीर खान नूं। खैर मैदाने जंग विच साहिबजादा लड़िया है। कदे ज्ञानी ज्ञान सिंह नूं पढ़ो, तवारीख गुरु खालसा पढ़ो, उंगलां ते दंदियां वढ़दे ने मुगलिया जरनैल, ऐसी जंग लड़ी है उस महापुरुष ने। एवें 14-15 वरियां दी उम्र दे विच अल्लाह अकबर दे नारे लाउंदे होए मुगल इकट्ठे होके साहिबजादे ते हमला करदे ने। अखीर मिट्टी दा शरीर है, मैदाने जंग विच जूझदियां बाबा जुझार सिंह शहीद हुंदे ने, ते बापू उटारी ते खलोता अपनी नज़र नाल वेखदा कह रहा सी, ज्यों तुम राखो तिव ही रहना, जिद्दां परमात्मा तू रखें, उस कर्मगत उस देवनेत अनुसार ही रहना है। जो तुम कहो सोई मोहे करना, जो भी तेरा हुक्म है मैं वही वजाया है, मैं उही करांगा। अल्लाह यार खां कहंदे ने, मैं हैरान हाँ, साडे धर्म विच याकूब यूसुफ वर्गे रहबर होए ने, महापुरुष होए ने, ते याकूब दा प्यारा जदों यूसुफ विछड़दा है ना, वो टुट जांदे ने। लखते जिगर विछड़े, दिलबंध विछड़े बंदा टुट जाता है, चाहे संत भी होवे ना,
ਕਾਕਾ ਅੱਖਾਂ ਸਾਹਮਣੇ ਮੋਇਆ ਪਿਆ ਹੋਵੇ ਤੇ ਸਾਧ ਵੀ ਟੁੱਟਦੇ ਵੇਖੇ ਨੇ ਦੁਨੀਆ ਨੇ, ਆਮ ਲੋਕਾਂ ਦੀ ਤੇ ਛੱਡੋ। ਕਾਕਾ ਮੋਇਆ ਹੋਵੇ ਤੇ ਅੱਖਾਂ 'ਚੋਂ ਮੋਤੀ ਡਿੱਗਦੇ ਨੇ। ਰਹਿਬਰ ਵੀ ਇੱਥੇ ਟੁੱਟੇ ਵੇਖੇ ਨੇ। ਅੱਲਾ ਯਾਰ ਖਾ ਕਹਿੰਦਾ ਯਾਕੂਬ ਕੋ ਯੂਸਫ ਕੇ ਵਿਛੜਨੇ ਨੇ ਰੁਲਾਇਆ, ਸਾਬਰ ਕੋਈ कम ऐसा रसूलों में आया, कटवा के पिसर चार एक आंसू ना घिराया। कटवा के पिसर चार एक आंसू ना घिराया, रुतबा गुरु गोबिंद ने ऋषियों का बढ़ाया। कहते रहबरां विच इक्को ही रहबर गुरु गोबिंद सिंह है। किसे दा एक मोया होवे ਤੇ ਜ਼ਾਰੋ ਜ਼ਾਰ ਰੋਂਦਾ ਏ, ਇਹਦੇ ਚਾਰ ਮੋਏ ਸਨ ਤੇ ਇਹਦੀ ਅੱਖ ਚੋਂ ਇੱਕ ਮੋਤੀ ਨਹੀਂ ਵੈਰਾਗ ਦਾ ਡਿੱਗਿਆ। ਇਹ ਦੁੱਖ ਸੁੱਖ ਨੂੰ ਸਮਝ ਜਾਣਦਾ ਹੈ। ਇਹ ਪਰਮੇਸ਼ਰ ਦਾ ਖੁਦ ਖੁਦਾ ਦਾ ਸਵਰੂਪ ਹੈ। ਨਾ ਰੱਬ ਨੂੰ ਸੁੱਖ ਦੁੱਖ ਹੈ ਤੇ ਨਾ ਗੁਰੂ ਗੋਬਿੰਦ ਸਿੰਘ ਨੂੰ ਕੋਈ ਸੁੱਖ ਦੁੱਖ ਹੈ। ਖੈਰ ਇਹ ਗੱਲ ਸਾਫ਼ ਹੈ, ਸਤਿਗੁਰ ਜੇਵੜੇ ਅਵਰ ਨਾ ਕੋਏ, ਗੁਰ ਪਾਰ ਬ੍ਰਹਮ ਪਰਮੇਸ਼ਰ ਸੋਏ, ਗੁਰੂ ਆਪ ਪਰਮੇਸ਼ਵਰ ਹੈ, ਉਹਦੇ ਵਰਗਾ ਹੋਰ ਕੋਈ ਨਹੀਂ। ਸਗੋਂ ਆਨੰਦ ਦੇ ਵਿੱਚ ਕਹਿ ਰਹੇ ਸਨ, ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਕਿਸੈ ਸਿਉ ਕੀਜੈ। ਖੈਰ ਇੱਥੋਂ ਲੱਖਾਂ ਫੌਜਾਂ ਦਾ ਖੁਰਾ ਖੋਜ ਮਿਟਾ ਕੇ ਬਾਪੂ ਨਗਾਰੇ ਤੇ ਚੋਟ ਕਰਕੇ ਤਾੜੀ ਲਾ ਕੇ ਤਿੰਨਾਂ ਸਿੰਘਾਂ ਸਮੇਤ ਭਾਈ ਦਇਆ ਸਿੰਘ, ਮਾਨ ਸਿੰਘ, ਧਰਮ ਸਿੰਘ ਨੂੰ ਲੈ ਕੇ ਚਮਕੌਰ ਦੀ ਗੜੀ ਚੋਂ ਨਿਕਲਿਆ। ਮਾਛੀਵਾੜੇ ਪਹੁੰਚੇ ਨੇ, ਪਰਿਵਾਰ ਲੁਟਾ ਲਿਆ। ਆਨੰਦਾਂ ਦੀ ਪੁਰੀ ਤਬਾਹ ਹੋ ਗਈ ਹੈ, ਲੁੱਟੀ ਗਈ ਹੈ। ਜਿਹੜਾ ਕਦੇ ਮਖਮਲੀ ਸੇਜਾਂ 'ਤੇ ਹੁੰਦਾ ਸੀ ਅੱਜ ਕੰਡਿਆਂ 'ਤੇ ਹੈ। ਜਿਹੜਾ 36 ਪ੍ਰਕਾਰ ਦੇ ਭੋਜਨ ਛਕਦਾ ਸੀ ਅੱਜ ਪੱਤੇ ਖਾ ਕੇ ਗੁਜ਼ਾਰਾ ਕਰਨਾ ਪੈ ਰਿਹਾ ਹੈ। ਜਿਹਦੇ ਚਰਨਾਂ ਦੇ ਵਿੱਚ ਬੜੀਆਂ ਬੜੀਆਂ ਤਿੱਲੇਦਾਰ ਜੁੱਤੀਆਂ, ਸੁੰਦਰ ਜੋੜੇ ਹੁੰਦੇ ਸਨ, ਜਿਸ ਬਾਪੂ ਦੇ ਪਾਕ ਤਨ ਦੇ ਉੱਤੇ ਸੁੰਦਰ ਚੋਲੇ ਹੁੰਦੇ ਸਨ, ਮਖਮਲੀ ਕੱਪੜੇ ਹੁੰਦੇ ਸਨ, ਬਾਣਾ ਲੀਰੋ ਲੀਰ ਹੈ, ਪੈਰ ਨੰਗੇ ਨੇ। ਸਾਡਾ ਰੰਚਕ ਮਾਤਰ ਨੁਕਸਾਨ ਹੋਵੇ ਤੇ ਅਸੀਂ ਰੱਬ ਨੂੰ ਦੋਸ਼ ਦਿੰਦੇ ਹਾਂ, ਰੱਬ ਸਾਡਾ ਵੈਰੀ ਹੋ ਗਿਆ। ਗੁਰੂ ਗੋਬਿੰਦ ਸਭ ਕੁਝ ਵਾਰ ਕੇ ਕੰਡਿਆਂ 'ਤੇ ਪਿਆ, ਰੱਬ ਨੂੰ ਵੈਰੀ ਨਹੀਂ। ਕੀ ਕਹਿ ਰਿਹਾ ਸੀ? ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਮਿੱਤਰ ਲਫ਼ਜ਼ ਵਰਤਿਆ ਹੈ ਪਰਮਾਤਮਾ ਲਈ। ਕਿਸੇ ਨੇ ਪੁੱਛਿਆ, ਬਾਬਾ ਕੰਡਿਆਂ 'ਤੇ ਪਿਆ ਹੈ ਫਿਰ ਵੀ ਰੱਬ ਮਿੱਤਰ ਵੈਰੀ ਕਹਿ ਉਸ ਨੂੰ? ਦੇਖ ਤੂੰ ਰੱਬ ਦੇ ਗੀਤ ਗਾਏ ਤੇ ਲੋਕਾਂ ਕੋਲੋਂ ਗਵਾਏ, ਕੀ ਸਿੱਟਾ ਨਿਕਲਿਆ ਹੈ? ਕੰਡਿਆਂ 'ਤੇ ਪਿਆ ਹੈ ਮਖਮਲੀ ਸੇਜਾਂ ਛੱਡ ਕੇ। ਬਾਪੂ ਦੇ ਬੋਲ ਸਨ, ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ, ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਟ ਖੇੜਿਆਂ ਦਾ ਰਹਿਣਾ। ਕਹਿੰਦੇ ਜੇ ਯਾਰ ਚੇਤੇ ਹੈ ਨਾ ਪਰਮਾਤਮਾ, ਤੇ ਕੰਡਿਆਂ ਦੀ ਸੇਜ ਮਖਮਲੀ ਜਾਪਦੀ ਹੈ। ਤੇ ਜੇ ਯਾਰ ਚੇਤੇ ਨਹੀਂ, ਪਰਮਾਤਮਾ ਚੇਤੇ ਨਹੀਂ, ਤੇ ਫਿਰ ਮਖਮਲੀ ਸੇਜਾਂ ਵੀ ਸੱਪਾਂ ਦੀਆਂ ਸਿਰੀਆਂ ਜਾਪਦੀਆਂ ਨੇ। ਤੇ ਮੈਨੂੰ ਰੱਬ ਚੇਤੇ ਹੈ, ਮੈਨੂੰ ਮਾਛੀਵਾੜੇ ਦੇ ਕੰਡੇ ਵੀ ਮਖਮਲੀ ਸੇਜਾਂ ਜਾਪਦੇ ਨੇ। ਐਸੀ ਅਵਸਥਾ ਦੇ ਮਾਲਕ ਇੱਥੋਂ ਚੱਲ ਪਏ। ਗਨੀ ਖਾਂ, ਨਬੀ ਖਾਂ ਨੇ ਬੜੀ ਸੇਵਾ ਕੀਤੀ। ਦੀਨੇ ਕਾਂਗੜ ਪਹੁੰਚਦੇ ਨੇ। ਦੀਨੇ ਕਾਂਗੜ ਪਹੁੰਚ ਕੇ ਇੰਨਾ ਕੁਝ ਗਵਾ ਕੇ ਵੀ ਔਰੰਗਜ਼ੇਬ ਨੂੰ ਜਿਹੜੀ ਚਿੱਠੀ ਲਿਖੀ ਉਹਦਾ ਨਾਮ ਜ਼ਫਰਨਾਮਾ ਹੈ, ਜਿੱਤ ਦੀ ਚਿੱਠੀ। ਜਿੱਤ ਦੀ ਚਿੱਠੀ ਲਿਖਦੇ ਨੇ ਪਾਤਸ਼ਾਹ। ਭਾਈ ਦਇਆ ਸਿੰਘ ਨੂੰ ਉਹ ਚਿੱਠੀ ਦੇ ਕੇ ਦੀਨ ਦੁਨੀਆ ਦੇ ਮਾਲਕ ਦੱਖਣ ਵੱਲ ਨੂੰ ਤੋਰ ਦਿੰਦੇ ਨੇ। ਆਪ ਮਾਲਵੇ ਦੀ ਧਰਤੀ ਦੇ ਮਾਲਵੇ ਜੰਗਲ ਵਿੱਚ ਸੰਗਤਾਂ ਨੂੰ ਤਾਰਦੇ ਹੋਏ ਖਿਦਰਾਣੇ ਪਹੁੰਚਦੇ ਨੇ। ਖਿਦਰਾਣੇ ਦੀ ਢਾਬ 'ਤੇ ਵਜ਼ੀਰ ਖਾਂ ਦੀਆਂ ਫੌਜਾਂ ਪਿੱਛਾ ਕਰਦੀਆਂ ਫਿਰ ਆਉਂਦੀਆਂ ਨੇ। ਉੱਥੇ ਜੰਗ ਹੁੰਦਾ ਹੈ। ਇਹ ਵੀ ਜੰਗ ਪਾਤਸ਼ਾਹ ਜਿੱਤਦੇ ਨੇ। ਇੱਥੋਂ ਮਹਾਰਾਜ ਸਾਬੋ ਕੀ ਤਲਵੰਡੀ ਪਹੁੰਚੇ, ਬਠਿੰਡਾ ਉਹ ਪਾਕ ਇਲਾਕਾ। ਮੁਕਤਸਰ ਦੀ ਪਾਕ ਧਰਤੀ 'ਤੇ ਮੁਕਤੀ ਬਖਸ਼ ਕੇ ਨਾ 40 ਮੁਕਤਿਆਂ ਨੂੰ ਮਹਾਰਾਜ ਸਾਬੋ ਕੀ ਤਲਵੰਡੀ ਪਹੁੰਚਦੇ ਨੇ। ਇੱਥੇ ਦਿੱਲੀ ਖਬਰ ਪਹੁੰਚ ਗਈ, ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਜੀ ਭਾਈ ਮਨੀ ਸਿੰਘ ਨੂੰ ਨਾਲ ਲੈ ਕੇ ਦਰਸ਼ਨਾਂ ਲਈ ਆਏ। ਇੱਥੇ ਹੀ ਪੋਹ ਵਿੰਡ ਤੋਂ ਬਾਬਾ ਦੀਪ ਸਿੰਘ ਨੂੰ ਪਤਾ ਲੱਗਿਆ, ਉਹ ਚੱਲ ਕੇ ਦਰਸ਼ਨਾਂ ਲਈ ਆਏ। ਫਿਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਅਕਾਲ ਪੁਰਖ ਦੇ ਅਗੰਮੀ ਬੋਲ ਜਿਹੜੇ ਸਨ,
ਸਿੱਖਾਂ ਦੇ ਬੇਨਤੀ ਕਰਨ ਤੇ ਵੀ ਮਹਾਰਾਜ ਇਹ ਧੁਰਕੀ ਬਾਣੀ ਹੈ, ਇਹ ਖਸਮ ਦੀ ਬਾਣੀ ਹੈ, ਜੈਸੀ ਮੈਂ ਆਵੈ ਖਸਮ ਕੀ ਬਾਣੀ। ਹੁਣ ਰੱਬ ਦੇ ਬੋਲਾਂ ਨੂੰ ਸ਼ੁੱਧ ਕਿਵੇਂ ਉਚਾਰਨਾ ਨੇ, ਇਹਦੇ ਅਰਥ ਕੀ ਨੇ, ਇਹ ਹੁਣ ਤੁਸੀਂ ਪਰਮਾਤਮਾ ਸਰੂਪ ਹੀ ਦੱਸ ਸਕਦੇ ਹੋ। ਅਸੀਂ ਤੇ ਜੇ ਟੀਕਾਕਾਰੀ ਕਰਾਂਗੇ, ਉਚਾਰਨ ਕਰਾਂਗੇ ਤੇ ਦੁਨਿਆਵੀ ਵਿਆਕਰਣ ਵਿਦਿਆ ਦੇ ਆਧਾਰ ਤੇ ਹੀ ਕਰਾਂਗੇ। ਮਹਾਰਾਜ ਕਹਿੰਦੇ ਉਹ ਧੀਰ ਮੱਲੀਆਂ ਕੋ ਸਰੂਪ ਲੈ ਆਓ, ਜਿਹੜਾ ਗੁਰੂ ਅਰਜਨ ਸਾਹਿਬ ਨੇ ਰਾਮਸਰ ਵਿਖੇ ਭਾਈ ਗੁਰਦਾਸ ਕੋਲੋਂ ਲਿਖਾਇਆ ਹੈ। ਉਹਨਾਂ ਜਵਾਬ ਦੇ ਦਿੱਤਾ ਧੀਰ ਮੱਲੀਆਂ, ਕਹਿੰਦੇ ਅਖਵਾਉਂਦਾ ਗੁਰੂ ਨਾਨਕ ਦੇ ਤਖਤ ਦਾ ਵਾਰਸ ਹੈ, ਤੇ ਗੁਰੂ ਨਾਨਕ ਦੇ ਬੋਲ ਨੇ ਜੈਸੀ ਮੈਂ ਆਵੈ ਖਸਮ ਕੀ ਬਾਣੀ। ਅਖਵਾਉਂਦਾ ਗੁਰੂ ਅਰਜਨ ਸਾਹਿਬ ਦਾ ਮਾਲਕ ਹੈ, ਤੇ ਗੁਰੂ ਅਰਜਨ ਸਾਹਿਬ ਦੇ ਬੋਲ ਕੀ ਨੇ, ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ। ਤੇ ਸੁਣਿਆ ਹੈ ਆਪਣੇ ਬੋਲ ਵੀ ਐਸੇ ਹੀ ਉਸਨੇ ਲਿਖੇ ਨੇ, ਜੋ ਨਿਜ ਪ੍ਰਭ ਮੋਹ ਸੋ ਕਹਾ ਸੋ ਕਹੇ ਹੋ ਜਗ ਮਾਹੇ। ਤੇ ਜੇ ਉਹੀ ਜੋਤ ਹੈ ਜਿਵੇਂ ਗੁਰੂ ਨਾਨਕ ਨੇ ਖਸਮ ਤੋਂ ਬਾਣੀ ਮੰਗਵਾਈ ਹੈ, ਇਹ ਵੀ ਮੰਗਵਾ ਲਵੇ, ਸਰੂਪ ਕਿਉਂ ਮੰਗਦੇ ਹੋ। ਤਾਨਾ ਮਾਰਿਆ। ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਨੂੰ ਹੁਕਮ ਕੀਤਾ, ਕਲਮ ਲਿਆਓ, ਲਿਖਣਾ ਸ਼ੁਰੂ ਕਰੋ। ਕਲਮ ਘੜਨ ਦੀ ਸੇਵਾ ਬਾਬਾ ਦੀਪ ਸਿੰਘ ਕਰਦੇ ਨੇ, ਸ਼ਾਹੀ ਬਣਾਉਣ ਦੀ ਸੇਵਾ ਕਰਦੇ ਨੇ। 9 ਕੁ ਮਹੀਨੇ ਲੱਗੇ। ਇੱਕ ਓਅੰਕਾਰ ਤੋਂ 18 10 20 ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵੀ ਵਿੱਚ ਦਰਜ ਕਰਕੇ ਆਪਣੇ ਗਲੂਏ ਮੁਬਾਰਕ ਤੋਂ ਸਾਰੀ ਬਾਣੀ ਪ੍ਰਗਟ ਕਰਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਰਾਗ ਮਾਲਾ ਤੇ ਸਮਾਪਤੀ ਕੀਤੀ ਹੈ। ਸਿੰਘਾਂ ਨੂੰ ਸੰਥਿਆ ਕਰਾ ਦਿੱਤੀ। ਸੰਥਿਆ ਜਦੋਂ ਕਰਵਾ ਦਿੱਤੀ ਗਈ, ਇੱਥੇ ਵੀ ਕਈ ਤਰਕ ਕਰਦੇ ਨੇ ਨਾ ਵੀ ਨਹੀਂ ਜੀ ਇਹ ਕਿੱਦਾਂ ਹੋ ਸਕਦਾ, ਗੁਰੂ ਸਾਹਿਬ ਸਾਰੀ ਬਾਣੀ ਗਲੂਏ 'ਚੋਂ ਪ੍ਰਗਟ ਕਰ ਦੇਣ। ਸ਼ਾਇਦ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਰੁਤਬੇ ਦਾ ਗਿਆਨ ਨਹੀਂ ਹੈ। ਉਹਨਾਂ ਨੂੰ ਇਉਂ ਜਾਪਦਾ ਹੈ ਵੀ ਸ਼ਾਇਦ ਗੁਰੂ ਸਾਡੇ ਵਰਗਾ ਹੀ ਹੈ। ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਗੁਰੂ ਕਰ ਸਕਦਾ ਹੈ? ਕਹਿੰਦੇ ਗੁਰ ਕਰਤਾ ਗੁਰ ਕਰਨਾ ਜੋਗ, ਗੁਰ ਪਰਮੇਸ਼ਰ ਹੈ ਪੀ ਹੋ। ਗੁਰੂ ਇਜ਼ ਦਾ ਕ੍ਰੀਏਟਰ, ਗੁਰੂ ਇਜ਼ ਦਾ ਡੂਅਰ, ਨਥਿੰਗ ਇਜ਼ ਬਿਯੋਂਡ ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਤੋਂ ਬਾਹਰ ਕੁਝ ਨਹੀਂ ਹੈ। ਗੁਰੂ ਜੋ ਚਾਹੇ ਕਰ ਸਕਦਾ ਹੈ। ਮੇਰੀ ਵਿਚਾਰਧਾਰਾ ਕੀ ਹੈ, ਕਿਸੇ ਗੁਰਮਤੀਏ ਦੀ ਵਿਚਾਰਧਾਰਾ ਕੀ ਹੈ, ਮਨਮਤੀਏ ਦੀ ਵਿਚਾਰਧਾਰਾ ਕੀ ਹੈ, ਤੁਸੀਂ ਦੋਨਾਂ ਨੂੰ ਪਾਸੇ ਰੱਖ ਕੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛਿਆ ਕਰੋ ਜਦੋਂ ਕੋਈ ਤਰਕ ਕਰੇ। ਤੇ ਗੁਰੂ ਗ੍ਰੰਥ ਸਾਹਿਬ ਨਾਲੋਂ ਵੱਡੀ ਵਿਚਾਰਧਾਰਾ ਫਿਰ ਕਹਿ ਦੇਵਾਂ ਤੁਹਾਡੀ ਮੇਰੀ ਕਿਸੇ ਦੀ ਨਹੀਂ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜੇ ਅਵਰ ਨਾ ਕੋਏ। ਤੇ ਗੁਰੂ ਸਾਹਿਬ ਕਹਿੰਦੇ ਨੇ ਗੁਰੂ ਕਰਤਾ ਹੈ, ਜੋ ਚਾਹੇ ਕਰ ਸਕਦਾ ਹੈ। ਉਧਰ ਔਰੰਗਜ਼ੇਬ ਨੇ ਚਿੱਠੀ ਪੜ੍ਹ ਲਈ। ਜਦੋਂ ਉਹਨੇ ਇਹ ਬਚਨ ਪੜ੍ਹਿਆ ਨਾ ਈਮਾ ਪਰਸਤੀ, ਨਾ ਔਜ਼ਾਏ ਦੀ, ਨਾ ਸਾਹਿਬ ਸ਼ਾਨਾਸੀ, ਨਾ ਮੁਹੰਮਦ ਯਾਕੀਨ, ਉਹਦੇ ਅੰਦਰ ਚੋਟ ਲੱਗੀ। ਜਿਹੜਾ ਤਲਵਾਰ ਦੀ ਧਾਰ ਨਾਲ ਨਹੀਂ ਸੀ ਨਾ ਕੱਟਿਆ ਜਾਂਦਾ, ਕਲਗੀਧਰ ਦੀ ਕਲਮ ਨੇ ਵਿੰਨ ਸੁੱਟਿਆ ਉਹਦਾ ਕਲੇਜਾ। ਉਹ ਕਹਿੰਦੇ ਤੂੰ ਕਹਿੰਦਾ ਹੈ ਮੈਂ ਖਲੀਫਾ ਹਾਂ, ਮੈਂ ਇਸਲਾਮ ਦਾ ਪ੍ਰਚਾਰ ਸਭ ਤੋਂ ਵੱਧ ਕੀਤਾ ਹੈ। ਸੱਚਾਈ ਇਹ ਹੈ, ਗੁਰੂ ਗੋਬਿੰਦ ਸਿੰਘ ਕਹਿੰਦੇ ਤੂੰ ਲਿਬਾਸ ਪਾਇਆ ਹੈ, ਦਿਖਾਵੇ ਦਾ ਹੀ ਤੇਰਾ ਈਮਾਨ ਹੈ, ਧਰਮ ਹੈ, ਪਾਲਣਾ ਤੂੰ ਕਰਨੀ ਨਹੀਂ ਜਾਣਦਾ। ਜੇ ਤੂੰ ਖੁਦਾ ਪ੍ਰਸਤ ਹੁੰਦਾ ਤੇ ਖੁਦਾ ਦੀ ਬਣਾਈ ਕਾਇਨਾਤ ਦਾ ਖੁਰਾ ਖੋਜ ਨਾ ਮਿਟਾਉਂਦਾ। ਤੂੰ ਹਿੰਦੂ ਸਿੱਖ ਸਾਰੇ ਮਜ਼ਹਬ ਉਹਦੇ ਬਣਾਏ ਨੇ, ਤੂੰ ਸਭ ਨੂੰ ਮਾਰ ਰਿਹਾ ਹੈ, ਸਭ ਦਾ ਖੁਰਾ ਖੋਜ ਮਿਟਾ ਰਿਹਾ ਹੈ। ਨਾ ਸਾਹਿਬ ਸ਼ਾਨਾਸੀ, ਤੇਰੀ ਜਿਹੜੀ ਅੰਦਰਲੀ ਸੱਚਾਈ ਹੈ ਨਾ, ਤੂੰ ਰੱਬ ਦੀ ਪਹਿਚਾਣ ਵਾਲਾ ਨਹੀਂ ਹੈ। ਤੇ ਨਾ ਆਪਣੇ ਰਹਿਬਰ ਮੁਹੰਮਦ ਤੇ ਹੀ ਯਕੀਨ ਹੈ ਤੈਨੂੰ। ਜੇ ਯਕੀਨ ਹੁੰਦਾ ਤੇ ਤੂੰ ਕੁਰਾਨ ਦੀ ਕਸਮ ਖਾ ਕੇ ਕਦੇ ਨਾ ਤੋੜਦਾ, ਤੇ ਨਾ ਤੇਰੇ ਸਿਪਾਹੀ ਹੀ ਫਰੇਬੀ ਨਿਕਲਦੇ। ਚੋਟ ਲੱਗੀ ਮਨ ਤੇ। ਇੱਕ ਹੁਕਮਨਾਮਾ ਜਾਰੀ ਕੀਤਾ ਔਰੰਗਜ਼ੇਬ ਨੇ, ਇਹ ਖੁਦਾ ਪ੍ਰਸਤ ਫਕੀਰ ਨੇ, ਇਹਨਾਂ ਨੂੰ ਤੰਗ ਨਾ ਕੀਤਾ ਜਾਵੇ। ਬੇਨਤੀ ਪੱਤਰ ਲਿਖ ਕੇ ਭੇਜਿਆ ਮਾਲਵੇ ਦੀ ਧਰਤੀ ਵੱਲ, ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ। ਮੇਰੀ ਉਮਰ ਵਡੇਰੀ ਹੋ ਚੁੱਕੀ ਹੈ, 95 ਕੁ ਵਰ੍ਹਿਆਂ ਦੇ ਉਹ ਕਰੀਬ ਪਹੁੰਚਿਆ ਸੀ। ਮੈਂ ਹੁਣ ਇੰਨਾ ਪੈਂਡਾ ਤੈਅ ਨਹੀਂ ਕਰ ਸਕਦਾ, ਮੈਨੂੰ ਦਰਸ਼ਨ ਦੇ ਕੇ ਨਿਹਾਲ ਕਰੋ। ਇਸ ਕਾਰਨ ਮਹਾਰਾਜ ਦਮਦਮੇ ਦੀ ਪਾਕ ਧਰਤੀ ਤੋਂ ਦੱਖਣ ਵੱਲ ਨੂੰ ਚੱਲੇ ਨੇ, ਕਿਉਂਕਿ ਕਈ ਸ਼ੰਕਿਆਂ ਦੀ ਜਿਹੜੀ ਨਿਵਰਤੀ ਹੈ ਨਾ, ਉਹ ਆਪਸੀ ਬੈਠਕ ਵਿੱਚ ਹੀ ਹੁੰਦੀ ਹੈ। ਔਰ ਔਰੰਗਜ਼ੇਬ ਮਿਲਣਾ ਚਾਹੁੰਦਾ ਹੈ। ਮਹਾਰਾਜ ਚੱਲ ਪਏ, ਸੰਗਤਾਂ ਨੂੰ ਤਾਰਦੇ ਹੋਏ ਆ ਰਹੇ ਨੇ।
ਉਧਰ ਔਰੰਗਜ਼ੇਬ ਕਿਲਾ ਭੀਂਗਾ ਨੇੜੇ ਇਮਾਮਪੁਰੇ, ਅੱਜ ਕੱਲ੍ਹ ਇਉਂ ਸਮਝ ਲਓ ਜ਼ਿਲ੍ਹਾ ਅਹਿਮਦਨਗਰ, ਉੱਥੇ ਦੇਵਨੇਤ ਅਨੁਸਾਰ ਗਮਗੀਨ ਹੋਇਆ। ਜ਼ਫਰਨਾਮੇ ਦੇ ਬੋਲ ਵਾਰ-ਵਾਰ ਉਹਦੇ ਕੰਨਾਂ ਵਿੱਚ ਗੂੰਜ ਰਹੇ ਸਨ। ਲਾਹਨਤਾਂ ਉਸ ਨੂੰ ਜ਼ਮਾਨਾ ਪਾ ਰਿਹਾ ਸੀ। ਇਹ ਬੋਲਾਂ ਦੀ ਚੋਟ ਨਾ ਸਹਾਰਦਾ ਹੋਇਆ ਔਰੰਗਜ਼ੇਬ ਦੇਵਨੇਤ ਅਨੁਸਾਰ ਆਪਣੇ ਸਵਾਸਾਂ ਨੂੰ ਭੋਗ ਕੇ ਦੁਨੀਆ ਤੋਂ ਚਲਿਆ ਗਿਆ, ਰੁਖਸਤ ਹੋ ਗਿਆ, ਫੌਤ ਹੋ ਗਈ ਉਸ ਦੀ, ਫਨਾ ਹੋ ਗਿਆ ਔਰੰਗਜ਼ੇਬ। ਔਰ ਅਖੀਰ ਤੱਕ ਉਹਦੇ ਅੰਦਰ ਇੱਛਾ ਰਹਿ ਗਈ, ਸਹਿਕਦਾ ਰਿਹਾ ਗੁਰੂ ਗੋਬਿੰਦ ਸਿੰਘ ਦੇ ਦਰਸ਼ਨਾਂ ਲਈ, ਪਰ ਹਰੇਕ ਨੂੰ ਦਰਸ਼ਨ ਨਹੀਂ ਹਾਸਲ ਹੁੰਦੇ। ਇਹ ਬਚਨ ਕਹਿ ਕੇ ਫਤਿਹ ਬੁਲਾਵਾਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਦਰਸ਼ਨ ਕਉ ਲੋਚੈ ਸਭ ਕੋਏ, ਪੂਰੇ ਭਾਗ ਪ੍ਰਾਪਤ ਹੋਏ। ਚਾਹੁੰਦੇ ਸਾਰੇ ਹੀ ਨੇ ਦਿਦਾਰੇ ਦਵੇ, ਗੁਰੂ ਪਰਮੇਸ਼ਰ ਨਹੀਂ ਹੁੰਦੇ। ਕਰਮਾਂ ਵਾਲਾ ਜੀਵ ਹੈ ਜਿਸ ਨੂੰ ਗੁਰੂ ਪਰਮੇਸ਼ਰ ਦੇ ਦਿਦਾਰੇ ਹੁੰਦੇ ਨੇ। ਔਰੰਗਜ਼ੇਬ ਦੀ ਮੌਤ ਹੁੰਦੀ ਹੈ, ਪਾਤਸ਼ਾਹ ਦੱਖਣ ਵੱਲ ਨੂੰ ਆ ਰਹੇ ਨੇ। ਅਗਲੇਰਾ ਜੋ ਇਤਿਹਾਸ ਹੈ, ਕਿਵੇਂ ਮਹਾਰਾਜ ਨੇ ਇਸ ਪਾਕ ਧਰਤੀ ਨੂੰ ਭਾਗ ਲਾਏ ਨੇ, ਕਿਵੇਂ ਅਖੀਰਲੇ ਸਮੇਂ ਕੌਤਕ ਵਰਤਾਏ ਨੇ, ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਬਖਸ਼ੀ ਹੈ, ਕੈਸੀਆਂ ਅਜ਼ਮਤਾਂ ਨਾਲ ਭਰਪੂਰ ਉਹਨਾਂ ਦਾ ਜੀਵਨ ਹੈ। ਕੱਲ੍ਹ ਦੇ ਦੀਵਾਨ ਵਿੱਚ ਆਪ ਸੰਗਤ ਦੇ ਨਾਲ ਸਾਂਝ ਪਾਵਾਂਗੇ। ਇੰਨੀ ਹਾਜ਼ਰੀ ਪ੍ਰਵਾਨ, ਭੁੱਲ ਚੁੱਕ ਦੀ ਖਿਮਾ। ਗੁਰੂ ਪਾਤਸ਼ਾਹ ਸੰਗਤਾਂ ਬਖਸ਼ ਦੇਣ। ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ। ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।